ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਰ ਫਰਾਈਡੇ ਆਪਾਂ ਇੱਥੇ ਆਈਦਾ ਆ। ਪਿਛਲੇ ਹਫਤੇ ਨਹੀਂ ਸੀਗਾ ਕੁਛ ਆਪਣੇ ਪਰਸਨਲ ਕੰਮ ਕਰਕੇ, ਪਰ ਅੱਜ ਫਿਰ ਆਪ ਤੁਹਾਡੇ ਨਾਲ ਆ ਅਤੇ ਤੁਹਾਨੂੰ ਅਪਡੇਟਸ ਦੇਈਦੇ ਜੀ ਇਮੀਗ੍ਰੇਸ਼ਨ ਦੇ, ਲੇਟੈਸਟ ਕਰੋਨਾ ਵਾਇਰਸ ਦੇ ਕਿ ਜੀ ਕੀ ਹੋ ਰਿਹਾ ਯੂਕੇ ਦੇ ਵਿੱਚ ਕੀ ਨਹੀਂ। ਤਾਂ ਆਪਾਂ ਤੁਹਾਨੂੰ ਕਰੋਨਾ ਦੇ ਹੀ ਪਹਿਲਾਂ ਅਪਡੇਟ ਦੇ ਦਈਏ। ਅੱਜ ਆਪਾਂ ਸ਼ੋਅ 'ਚ ਵੈਸੇ ਵੀ ਪੋਸਟ ਸਟੱਡੀ ਵਰਕ ਵੀਜ਼ਾ ਜੋ ਹੈਗਾ ਆ, ਜਿਹਨੂੰ ਗ੍ਰੈਜੂਏਟ ਸਕੀਮ ਵੀਜ਼ਾ ਹੁਣ ਸੱਦਿਆ ਜਾ ਰਿਹਾ, ਉਹਦੇ ਬਾਰੇ ਦੱਸਾਂਗੇ ਕਿ ਜੀ ਜਿਹੜੇ ਡਿਗਰੀਆਂ ਇੱਥੇ ਕਰ ਲੈਂਦੇ ਆ ਤਾਂ ਉਹਨਾਂ ਨੂੰ ਗੌਰਮੈਂਟ ਨੇ ਕੀ ਇਨਾਮ ਦੇਣਾ ਹੈ, ਕੀ ਵੀਜ਼ਾ ਦੇਣਾ ਹੈਗਾ ਹਾਂ ਆਪਣੀ ਪੜ੍ਹਾਈ ਤੋਂ ਬਾਅਦ। ਸੋ ਉਹਦੇ ਬਾਰੇ ਗੱਲਬਾਤ ਕਰੂੰਗੇ। ਬਾਕੀ ਸਪੋਂਸਰ ਲਾਇਸੈਂਸਿੰਗ ਬਾਰੇ ਗੱਲਬਾਤ ਕਰੂੰਗੇ ਕਿ ਜੀ ਜਿਨ੍ਹਾਂ ਨੇ ਸਪੋਂਸਰ ਲਾਇਸੈਂਸ ਬਣਾਉਣੇ ਉਹਨਾਂ ਨੂੰ ਕੀ ਕਰਨਾ ਪੈਂਦਾ ਕੀ ਨਹੀਂ। ਓਕੇ, ਲੈਟਸ ਗੋ ਫॉर ਕਰੋਨਾ ਵਾਇਰਸ ਅਪਡੇਟਸ। ਪਹਿਲਾਂ ਤਾਂ ਜੀ ਉਸ ਮੈਂ ਮੈਂਸ਼ਨ ਕਰ ਦਵਾਂ ਕਿ ਜਿਨ ਵੀ ਆਪਣੇ ਮੈਸੇਜ ਪੜਾਉਣੇ ਆ ਜਾਂ ਕੋਈ ਸ਼ਾਊਟ ਆਊਟਸ ਦੇਣੇ ਆ ਜਾਂ ਕੋਈ ਬਰਥਡੇ ਵਿਸ਼ ਦੇਣੇ ਆ, then you can message on my WhatsApp, my Facebook, my Instagram and just let me know। मैं कोशिश करूँगा जी कि थोड़े सारे मैसेज पढ़ लवां। सो वो आप करांगे जरूर। राइट, करोना वायरस का की हो रहा इस वेले की अज की अपडेट की आ। ओके, सो ਜਿਹੜੇ करोना वायरस की इन्फेक्शन आ रेट आ वो यूके ਦੇ ਵਿੱਚ ਹੁਣ ਬਹੁਤ ਘਟ ਰਹੇ ਆ। ਸੋ ਇੰਗਲੈਂਡ ਦੇ ਵਿੱਚ, ਵੇਲਜ਼ ਵਿੱਚ ਕੇਸ ਜੋ ਹੈਗੇ ਘੱਟ ਰਹੇ ਆ, ਪਰ ਨਾਰਦਰਨ ਆਇਰਲੈਂਡ ਸਕਾਟਲੈਂਡ ਵਿੱਚ ਨਹੀਂ। ਯੂਕੇ ਦਾ ਆਰ ਨੰਬਰ ਹੈਗਾ ਜੋ ਕਿ 0.6 ਔਰ 0.8 ਦੇ ਵਿਚਾਲੇ ਹੈਗੇ ਆ। ਉਹਦੇ ਵਿੱਚ ਇਹ ਨਜ਼ਰ ਆਉਂਦਾ ਕਿ ਜੀ ਜੋ ਆਊਟਬ੍ਰੇਕ ਆ ਕਰੋਨਾ ਵਾਇਰਸ ਦੀ ਉਹ ਘੱਟ ਹੁੰਦੀ ਜਾ ਰਹੀ ਆ। ਫਰਾਈਡੇ ਦੇ ਵਿੱਚ, ਅੱਜ ਦੇ ਵਿੱਚ ਇਹਨਾਂ 24 ਘੰਟਿਆਂ ਦੇ ਵਿੱਚ ਐਕਸਟਰਾ 6,609 ਕੇਸ ਕਰੋਨਾ ਵਾਇਰਸ ਦੇ ਹੋਏ ਆ ਐਕਸਟਰਾ, ਐਂਡ 175 ਜੋ ਹੈਗੀਆਂ ਅਨਫੋਰਚੂਨੇਟਲੀ ਮੌਤਾਂ ਹੋਈਆਂ। ਸੋ ਅੱਗੇ ਜਿੱਥੇ ਹਜ਼ਾਰ ਲੋਕ ਮਰ ਰਹੇ ਸੀਗੇ ਲੋਕਡਾਊਨ ਦੇ ਟਾਈਮ 'ਤੇ, ਜਦੋਂ ਲੋਕਡਾਊਨ ਇਹਨਾਂ ਨੇ ਕਿਹਾ 800 900, ਹੁਣ ਤਕਰੀਬਨ 100 200 ਦੇ ਵਿੱਚ, 250 ਦੇ ਵਿੱਚ ਉਹ ਮੌਤਾਂ ਗਿਰ ਗਈਆਂ ਹੈਗੀਆਂ। ਕੁਛ ਲੋਕਾਂ ਨੇ ਕਿਹਾ ਸੀਗਾ ਜੀ ਕਿ ਜਿਹੜੀ ਆਕਸਫੋਰਡ ਵਾਲਾ ਟੀਕਾ ਹੈ ਉਹਦੇ ਨਾਲ ਕਲੌਟ ਹੋ ਜਾਂਦੇ ਆ, ਬਟ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਆ ਉਹਨਾਂ ਨੇ ਕਿਹਾ ਕਿ ਆਪਾਂ ਟੈਸਟ ਕੀਤਾ ਕਿ ਇਹ ਗੱਲ ਗਲਤ ਆ ਤਾਂ ਤੁਸੀਂ ਯੂਜ਼ ਕਰ ਸਕਦੇ ਆ। ਕਹਿੰਦੇ ਕੋਈ ਲਿੰਕ ਨਹੀਂ ਹੈਗਾ ਜੀ ਅਤੇ ਕਲੌਟ ਦੇ ਇਹਦੇ ਵੈਕਸੀਨ ਦੇ ਵਿੱਚ। ਜਿਹੜੇ ਵੇਲਜ਼ ਆ ਜੀ ਉਹਦੇ ਦੇ ਵਿੱਚ ਇਹਨਾਂ ਨੇ ਰੂਲਸ ਥੋੜ੍ਹੇ ਰਿਲੈਕਸ ਕਰ ਦਿੱਤੇ ਆ। ਸੋ ਉਹਨਾਂ ਨੇ ਇਹ ਕਰਤਾ ਕਿ ਜੀ ਹੁਣ ਹੇਅਰ ਡਰੈਸਰ ਦੇ ਜਾ ਸਕਦੇ ਆ, ਫਰੈਂਡਾਂ ਨੂੰ ਗਾਰਡਨ 'ਚ ਮੀਟ ਕਰ ਸਕਦੇ ਆ ਵੇਲਜ਼ ਦੇ ਵਿੱਚ। ਸੋ ਇਹਦੇ ਵਿੱਚ ਆਪਾਂ ਜੋ ਹੈਗੇ ਆ ਇਹ ਅਪਡੇਟਸ ਇਸ ਵੇਲੇ ਹੈਗੇ ਆ। ਜੋ ਗਵਰਨਮੈਂਟ ਦੀ ਪਲਾਨ ਆ ਉਸ ਹਿਸਾਬ ਨਾਲ ਜੋ ਲੋਕਡਾਊਨ 'ਚ ਤੱਕ ਜੋ ਮੈਂ ਤੁਹਾਨੂੰ ਟਾਈਮ ਲਾਈਨ ਰੋਡ ਮੈਪ ਦੱਸਿਆ ਸੀਗਾ ਕੁਛ ਹਫ਼ਤੇ ਪਹਿਲਾਂ, ਸੋ ਲੱਗਦਾ ਆ ਕਿ ਥਿੰਗਸ ਆ ਔਨ ਜੋ ਹੈਗੇ ਆ ਪਲਾਨ, ਐਂਡ ਲੱਗ ਰਿਹਾ ਕਿ ਇਸ ਵੇਲੇ ਕਿ ਜੋ ਹੈਗੇ ਚੱਲ ਰਿਹਾ ਹੈਗਾ ਆ। ਇਸ ਵੇਲੇ ਵੀ ਅੱਜ ਤੱਕ 1,25,343 ਮੌਤਾਂ ਹੋ ਚੁੱਕੀਆਂ ਕਰੋਨਾ ਵਾਇਰਸ ਕਰਕੇ ਯੂਕੇ ਦੇ ਵਿੱਚ, ਅਤੇ ਇਸ ਵੇਲੇ 8,400 ਬੰਦਾ ਕਰੋਨਾ ਨਾਲ ਹਸਪਤਾਲ ਦੇ ਵਿੱਚ ਹੈਗਾ। ਇਹਨਾਂ ਨੇ 23 ਮਿਲੀਅਨ ਮਤਲਬ 233 ਲੱਖ ਬੰਦਿਆਂ ਨੂੰ ਪਹਿਲਾ ਟੀਕਾ ਵੈਕਸੀਨ ਦਾ ਲੱਗ ਚੁੱਕਾ ਆ। ਸੋ ਦੈਟਸ ਕੁਆਇਟ ਜੋ ਹੈਗਾ ਕਾਫੀ ਲੋਕਾਂ ਨੂੰ ਪਹਿਲਾ ਟੀਕਾ ਲੱਗ ਚੁੱਕਾ ਹੈ। ਜੇ ਤੁਹਾਡੇ ਟੀਕਾ ਨਹੀਂ ਲੱਗਾ ਹਾਲੇ ਤਾਂ ਤੁਸੀਂ 40-50 ਸਾਲ ਤੋਂ ਉੱਤੇ ਹੈਗੇ ਆ ਤਾਂ ਤੁਸੀਂ ਆਪਣੇ ਆਪ ਬੁਕਿੰਗ ਕਰਾ ਸਕਦੇ ਇਹਨਾਂ ਦੀ NHS ਦੀ ਵੈਬਸਾਈਟ 'ਤੇ ਜਾ ਕੇ, ਅਤੇ ਆਪਣੇ ਡਿਟੇਲ ਭਰ ਕੇ ਅਤੇ ਤੁਹਾਨੂੰ ਟੀਕਾ ਉਹ ਬੁੱਕ ਕਰ ਦੋਗੇ। ਈਵਨ ਜੇ ਤੁਸੀਂ ਕੱਚੇ ਵੀ ਆ ਤਾਂ ਵੀ ਇਹਨਾਂ ਨੇ ਕਿਹਾ ਤੁਹਾਨੂੰ ਆਪਾਂ ਟੀਕਾ ਜ਼ਰੂਰ ਲਵਾਂਗੇ ਅਤੇ ਤੁਹਾਡੀ ਜੋ ਡਿਟੇਲ ਆ ਆਪਾਂ ਇਮੀਗ੍ਰੇਸ਼ਨ ਨਾਲ ਨਹੀਂ ਸ਼ੇਅਰ ਕਰਾਂਗੇ ਟੀਕੇ ਦੇ ਜੋ ਹੈਗਾ ਵਿੱਚ ਜੋ ਮਸਲੇ ਦੇ ਵਿੱਚ। ਸੋ ਆਹ ਚੀਜ਼ ਇਹਨਾਂ ਨੇ ਕਹੀ ਹੈ ਕਿ ਦੇਖੋ ਟੀਕਾ ਸਾਰਿਆਂ ਨੂੰ ਲੱਗੂਗਾ, ਭਾਵੇਂ ਉਹਨਾਂ ਕੋਲ ਪੱਕੇ ਆ ਭਾਵੇਂ ਕੱਚੇ ਆ। ਸੋ ਆਹ ਇਹਨਾਂ ਦੀ ਕਾਫੀ ਨੇਕ ਗੱਲ ਹੈ ਜੀ ਜੋ ਇਹਨਾਂ ਨੇ ਕਿਹਾ ਹੈ। ਜੋ ਹੈਗਾ ਇਹਨਾਂ ਨੇ ਸਾਫ਼ ਬੜਾ ਕਿਹਾ ਕਿ ਇਹ ਨਹੀਂ ਚਾਹੁੰਦੇ ਕਿ ਲੋਕ ਡਰ ਕੇ ਟੀਕਾ ਨਾ ਲਵਾਉਣ ਅਤੇ ਕਰੋਨਾ ਫੈਲਾਉਣ। ਸੋ ਆਹ ਇਹ ਚੀਜ਼ ਇਹਨਾਂ ਨੇ ਜ਼ਰੂਰ ਕਹੀ ਆ।
ਦੈਟਸ ਜੋ ਹੈਗਾ ਕਰੋਨਾ ਦਾ ਇਸ ਵੇਲੇ ਜੋ ਹੈਗਾ ਸਿਚੁਏਸ਼ਨ ਹੈਗਾ ਆ। ਤੇ ਵੈਕਸੀਨ ਦਾ ਜੋ ਹੈਗਾ ਸਿਚੁਏਸ਼ਨ ਹੈਗਾ, ਵੈਕਸੀਨ ਚੱਲ ਰਹੀ ਹੈ ਜੀ। ਅਤੇ ਮੇਰੇ ਖਿਆਲ ਨਾਲ ਜੀ ਜੇ ਤੁਸੀਂ ਲਵਾਉਣਾ ਚਾਹੁੰਦੇ ਤਾਂ ਤੁਹਾਨੂੰ ਲਵਾਉਣਾ ਚਾਹੀਦਾ ਹੈ ਜੀ। ਯੂਰਪ 'ਚ ਥੋੜ੍ਹਾ ਜਿਹਾ ਇਸ ਵੇਲੇ ਬੁਰਾ ਹਾਲ ਆ। ਇਟਲੀ ਦਾ ਫਿਰ ਲੋਕਡਾਊਨ ਹੋ ਰਿਹਾ ਮੰਡੇ ਤੋਂ। ਸੋ ਇਟਲੀ ਇਜ਼ ਗੋਇੰਗ ਇਨਟੂ ਲੋਕਡਾਊਨ ਔਨ ਮੰਡੇ। ਅਤੇ ਉਹਨਾਂ ਨੇ ਕਿਹਾ ਕਿ ਵੈਕਸੀਨ ਜੋ ਹੈਗੀ ਉੱਥੇ ਇੰਨੀ ਤੇਜ਼ੀ ਨਾਲ ਨਹੀਂ ਨਿਕਲੀ ਗਈ ਜਿੰਨੀ ਨਿਕਲਣੀ ਚਾਹੀਦੀ ਸੀਗੀ। ਪਰ ਯੂਕੇ ਦੇ ਵਿੱਚ ਵੈਕਸੀਨ ਇਹਨਾਂ ਨੇ ਇੱਕ ਚੀਜ਼ ਸਹੀ ਕੀਤੀ ਕਿ ਵੈਕਸੀਨ ਬੜੀ ਛੇਤੀ ਇਹਨਾਂ ਨੇ ਰੋਲ ਆਊਟ ਕੀਤੀ। ਦੈਟਸ ਆਈ ਸਪੋਜ਼ ਇਜ਼ ਅ ਗੁੱਡ ਥਿੰਗ। ਬਾਕੀ ਸਾਡੇ ਜੋ ਸਿਆਣੇ ਲੋਕ ਆ, ਸਾਨੂੰ ਪਤਾ ਕਿ ਤੁਹਾਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਜੋ ਹੈਗੀ ਸਹੀ ਹੈ ਜਾਂ ਨਹੀਂ। ਆਪਾਂ ਕੋਸ਼ਿਸ਼ ਕੀਤੀ ਆ ਕਿ ਇਸ ਸ਼ੋਅ 'ਤੇ ਹਮੇਸ਼ਾ ਤੁਹਾਨੂੰ ਡਾਕਟਰਾਂ ਰਾਹੀਂ, ਭਾਵੇਂ ਉਹ ਡਾਕਟਰ ਸਹੋਤਾ ਹੋਵੇ, ਭਾਵੇਂ ਉਹ ਡਾਕਟਰ ਕਰਤਾਰ ਹੋਵੇ, ਭਾਵੇਂ ਉਹ ਸਾਡੀ ਜੋ ਹੈਗੀ ਆ ਨਰਸਾਂ ਦੀ ਇੰਚਾਰਜ ਨੀਸ਼ਾ ਹੋਵੇ, ਆਪਾਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਸਹੀ ਇਨਫੋਰਮੇਸ਼ਨ ਦਿੱਤੀ ਜਾਵੇ ਤੁਹਾਡੀ ਜ਼ੁਬਾਨ ਦੇ ਵਿੱਚ। ਬਾਕੀ ਹੋਰ ਔਰਗਨਾਈਜੇਸ਼ਨਾਂ ਹੈਗੀਆਂ ਆ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਹੈਗੀਆਂ। ਸਾਡੇ ਲੀਡਸ ਦੇ ਵਿੱਚ ਸਿੱਖ ਐਲਡਰ ਸਰਵਿਸ ਹੈਗੀ ਆ ਜੋ ਕਿ ਆਪਣੇ ਜੋ ਸਿਆਣੇ ਲੋਕ ਆ ਉਹਨਾਂ ਲਈ ਜੀ ਮਦਦ ਕਰ ਰਹੇ ਆ, ਉਹਨਾਂ ਦੀ ਮਦਦ ਪ੍ਰੋਵਾਈਡ ਕਰਦੇ ਆ। ਨਾਲ ਦੀ ਨਾਲ ਉਹਨਾਂ ਨੂੰ ਕੰਟੈਕਟ ਵੀ ਕਰਦੇ ਜ਼ੂਮ ਦੇ ਵਿੱਚ, ਜਿਹੜੇ ਇਕੱਲੇ ਰਹਿ ਰਹੇ ਆ ਤਾਂ ਉਹਨਾਂ ਲਈ ਕਰੋਨਾ ਦੀਆਂ ਵੀਡੀਓ ਵੀ ਉਹਨਾਂ ਨੇ ਪ੍ਰੋਡਿਊਸ ਕੀਤੀਆਂ। ਐਂਡ ਵਿਲ ਹੈਵ ਅ ਲੁੱਕ ਸਮ ਆਫ ਦੈਮ ਵੀਡੀਓਜ਼। ਸੋ ਆਪਾਂ ਉਹ ਵੀਡੀਓਜ਼ ਹੁਣ ਦੇਖਦੇ ਹਾਂ ਅਤੇ ਮੈਂ ਤੁਹਾਨੂੰ ਵੀਡੀਓ ਤੋਂ ਬਾਅਦ ਮਿਲਦਾ ਹਾਂ। ਵੈਕਸੀਨੇਸ਼ਨ ਤੋਂ ਨਹੀਂ ਡਰਨਾ ਚਾਹੀਦਾ, ਬਿਮਾਰੀ ਤੋਂ ਡਰਨਾ ਚਾਹੀਦਾ ਆ। ਤੇ ਮੈਂ ਕਹੂੰਗੀ ਤੁਸੀਂ ਟੀਕਾ ਲਗਾਓ ਤੇ ਬਿਮਾਰੀ ਭਜਾਓ। ਆਪਾਂ ਜ਼ਿਆਦਾ ਵਲਨਰੇਬਲ ਹੈਗੇ ਆ ਇਸ ਬਿਮਾਰੀ ਦੀ, ਤੇ ਸਾਡੇ ਲਈ ਵੈਕਸੀਨ ਜ਼ਰੂਰੀ ਹੈਗੀ ਤੇ ਲਾਉਣੀ ਚਾਹੀਦੀ ਹੈ। ਆਪਾਂ ਨੂੰ ਡਰ ਨਹੀਂ ਹੈਗਾ ਕਰਕੇ ਮੈਂ ਤਾਂ ਮੇਰੇ ਹਸਬੈਂਡ ਨੇ, ਅਸੀਂ ਦੋਨਾਂ ਨੇ ਲਵਾ ਲਿਆ। ਸਾਨੂੰ ਕੋਈ ਉਹਦਾ ਬਾਅਦ ਵਿੱਚ ਕੋਈ ਇਦਾਂ ਦਾ ਨਹੀਂ ਹੋਇਆ ਕਿ ਸਾਨੂੰ ਕੋਈ ਬੁਖਾਰ ਚੜਿਆ। ਦੋਨੇ ਮੇਰੇ ਭੈਣਾਂ ਭਰਾਵਾਂ ਨੂੰ ਸਾਰਿਆਂ ਦੇ ਇੰਜੈਕਸ਼ਨ ਲੱਗ ਚੁੱਕੇ ਆ। ਉਹਨਾਂ ਨੇ ਕਿਸੇ ਨੇ ਇੱਥੇ ਕਿਹਾ ਕਿ ਕੋਈ ਸਾਈਡ ਇਫੈਕਟ ਸੀਗੀ ਜਾਂ ਕੁਛ ਵੀ ਇੱਦਾਂ ਕੋਈ ਚੀਜ਼ਾਂ ਨੂੰ ਫਰਕ ਨਹੀਂ ਪਿਆ। ਉਹ ਕਹਿੰਦੇ ਥੋੜ੍ਹੀ ਬਹੁਤੀ ਬਾਂਹ ਦੁਖਦੀ ਸੀਗੀ ਮਾੜੀ ਜਿਹੀ, ਉਹ ਤਾਂ ਹੁੰਦਾ ਹੀ ਹੁੰਦਾ ਆ। ਥੋੜ੍ਹਾ ਜਿਹਾ ਡਰ ਤਾਂ ਹੁੰਦਾ ਹੀ ਆ, ਕਿਉਂਕਿ ਜਿੱਦਾਂ ਹੁਣ ਫਲੂ ਦਾ ਇੰਜੈਕਸ਼ਨ ਲੱਗਦਾ ਸੀ ਉਦੋਂ ਵੀ ਲੋਕੀ ਡਰਦੇ ਸੀ ਕਿ ਅਸੀਂ ਨਹੀਂ ਲਵਾਉਣਾ ਜਾਂ ਕਿੱਦਾਂ। ਅਤੇ ਸਾਈਡ ਇਫੈਕਟ ਵੀ ਮੇਰੇ ਖਿਆਲ 'ਚ ਥੋੜ੍ਹੇ ਬਹੁਤੇ ਤਾਂ ਹੋ ਹੀ ਸਕਦੇ ਆ। ਇਹ ਵੈਕਸੀਨ ਸਾਰੇ ਪਾਸੇ ਉਹਨੇ ਟੈਸਟ ਕੀਤਾ ਆ, ਇਸ ਕਰਕੇ ਸਾਨੂੰ ਇੰਨਾ ਫਿਕਰ ਨਹੀਂ ਸੀ, ਪਰ ਅਸੀਂ ਲਵਾ ਲਿਆ। ਉਹ ਤੋਂ ਬਾਅਦ ਅਸੀਂ ਤੰਦਰੁਸਤ ਰਹੇ। ਮੈਂ ਆਪਣਾ ਖਾਣਾ ਪੀਣਾ ਬਣਾ ਕੇ ਗਈ ਸੀ, ਪਰ ਮੈਂ ਕਿਹਾ ਕਿ ਸ਼ਾਇਦ ਮੈਨੂੰ ਕੋਈ ਹੋਊਗਾ ਉਹਦਾ ਸਾਈਡ ਇਫੈਕਟ ਜਾਂ ਕੁਛ ਸਾਹਮਣੇ ਹੋਊਗਾ ਉਹਦਾ ਅਸਰ, ਪਰ ਨਹੀਂ, ਕੁਛ ਨਹੀਂ ਹੋਇਆ। ਵੈਕਸੀਨ ਬਾਅਦ ਚ ਲਵਾ ਕੇ ਨਾ ਇੱਦਾਂ ਨਾ ਸੋਚੋ ਇੱਥੇ ਦੂਸਰਾ ਨਾ ਇੱਥੇ ਤੁਸੀਂ ਬਾਹਰ ਜਿੱਦਾਂ ਇੱਥੇ ਨੋਰਮਲ ਹੋ ਗਿਆ ਸਾਰਾ ਕੁਛ, ਇੱਦਾਂ ਨੋਰਮਲ ਕੁਛ ਨਹੀਂ ਹੋਣਾ। ਫਿਰ ਵੀ ਤੁਹਾਨੂੰ ਆਪਣਾ ਖਿਆਲ ਰੱਖਣਾ ਪੈਣਾ ਆ ਤੇ ਇੱਕ ਦੂਜੇ ਤੋਂ 2 ਮੀਟਰ ਦੀ ਦੂਰੀ ਤੇ ਰਹਿਣਾ, ਤੇ ਆਪਣੇ ਹੱਥ ਜੇ ਸਾਬਣ ਨਾਲ ਧੋਣੇ ਆ 20 ਸੈਕਿੰਡ ਧੋਂਦੇ ਰਹਿਣਾ, ਅਤੇ ਜੇ ਦੂਜਾ ਆਪਾਂ ਨੂੰ ਮਿਲਦਾ ਆ ਹੱਥਾਂ ਨੂੰ ਲਾਉਣ ਲਈ ਤੇ ਉਹ ਲਾਉਂਦੇ ਰਹਿਣਾ। ਹੁਣ ਆਪਾਂ ਸਾਰੇ ਤਰਸਦੇ ਆ ਤੇ ਰਾਇਕ ਨੂੰ ਆਪਾਂ ਮਿਲੀਏ, ਭੈਣ ਭਰਾਵਾਂ ਨੂੰ ਮਿਲੀਏ, ਸਾਡੇ ਪੋਤਿਆਂ ਨੂੰ ਮਿਲੀਏ, ਪੋਤਿਆਂ ਨੂੰ ਜੱਫੀਆਂ ਪਾਈਏ। ਸਾਰਿਆਂ ਦੇ ਇੰਜੈਕਸ਼ਨ ਜਦੋਂ ਲੱਗ ਗਏ ਫਿਰ ਥੋੜਾ ਪਤਾ ਠੀਕ ਹੋਊਗਾ ਕੰਮ। ਸਾਰਿਆਂ ਨੂੰ ਇਹੀ ਸਲਾਹ ਦਊਂਗੀ ਕਿ ਤੁਸੀਂ ਇਹ ਵੈਕਸੀਨੇਸ਼ਨ ਛੇਤੀ ਲਵਾਓ, ਇਹ ਟੀਕਾ ਲਗਾਓ, ਤੇ ਫਿਰ ਆਪਣੇ ਪਰਿਵਾਰਾਂ ਨੂੰ ਅਸੀਂ ਮੁੜ ਕੇ ਮਿਲ ਸਕੀਏ। ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਗੀ ਜਿਹੜੀ ਆਪਾਂ ਨੂੰ ਕੋਈ ਫਿਕਰ ਵਾਲੀ ਹੋਵੇ ਜਾਂ ਆਪਾਂ ਆਪਣੇ ਧਰਮ ਦੇ ਅਨੁਕੂਲ ਨਾ ਹੋਵੇ। ਕੀ ਅਸੀਂ ਉਹਨਾਂ ਵੈਕਸੀਨਾਂ ਤੇ ਭਰੋਸਾ ਕਰ ਸਕਦੇ ਹਾਂ ਜੋ ਇੰਨੀ ਜਲਦੀ ਤਿਆਰ ਕੀਤੀਆਂ ਗਈਆਂ ਹਨ? ਵੈਕਸੀਨ ਸਮੇਤ ਦਵਾਈਆਂ ਵੀ ਵੱਡੇ ਪੱਧਰ ਤੇ ਆ ਚੁੱਕੀਆਂ ਹਨ ਅਤੇ ਇਹ ਕੋਵਿਡ-19 ਟੀਕੇ ਲਈ ਵੱਖਰੇ ਮਨਜ਼ੂਰਸ਼ੁਦਾ ਨਹੀਂ ਹਨ। ਬਹੁਤ ਸਾਰੇ ਸਮਰਥਾਕਾਰ ਹਨ ਜਿਨ੍ਹਾਂ ਨੇ ਇਸ ਮਹੱਤਵਪੂਰਨ ਮੈਡੀਕਲ ਉੱਨਤੀ ਨੂੰ ਸੰਭਵ ਬਣਾਇਆ ਹੈ ਅਤੇ ਦੂਜੀਆਂ ਦਵਾਈਆਂ ਦੇ ਮੁਕਾਬਲੇ ਤੁਲਨਾਤਮਕ ਤੇਜ਼ੀ ਨਾਲ ਵਿਕਾਸ ਕਰਨਾ ਸੰਭਵ ਬਣਾਇਆ ਹੈ। ਕੋਵਿਡ-19 ਦਾ ਟੀਕਾ ਲਗਾਉਣਾ ਕਿਉਂ ਜ਼ਰੂਰੀ ਹੈ?
ਜਿੰਨਾ ਜਲਦੀ ਹੋ ਸਕੇ ਤੁਹਾਨੂੰ ਕੋਵਿਡ-19 ਦਾ ਵੈਕਸੀਨ ਲਗਵਾਉਣਾ ਚਾਹੀਦਾ ਹੈ। ਤੁਹਾਨੂੰ ਆਪਣੀ ਰੱਖਿਆ ਕਰਨੀ ਚਾਹੀਦੀ ਹੈ। ਇਹ ਤੁਹਾਡੇ ਪਰਿਵਾਰ ਅਤੇ ਜਿਨ੍ਹਾਂ ਦੀ ਤੁਸੀਂ ਦੇਖਭਾਲ ਕਰਦੇ ਹੋ ਉਹਨਾਂ ਦੀ ਰੱਖਿਆ ਕਰਨ ਵਿੱਚ ਸਹਾਇਤਾ ਕਰਦਾ ਹੈ। ਕੋਵਿਡ-19 ਵੈਕਸੀਨ ਗੰਭੀਰ ਬਿਮਾਰੀ ਦੀਆਂ ਦਰਾਂ ਘਟਾਉਣ ਅਤੇ ਜਾਨਾਂ ਬਚਾਉਣ ਵਿੱਚ ਮਦਦ ਕਰੇਗਾ ਅਤੇ ਇਸ ਨਾਲ NHS ਅਤੇ ਸਮਾਜਿਕ ਦੇਖਭਾਲ ਸੇਵਾਵਾਂ ਤੇ ਦਬਾਅ ਘੱਟ ਪਵੇਗਾ। ਕੀ ਉਹ ਟੀਕਾ ਮੇਰੇ DNA ਨੂੰ ਬਦਲਦਾ ਹੈ ਜਾਂ ਮੇਰੇ ਅੰਦਰ ਇੱਕ ਮਾਈਕਰੋਚਿਪ ਲਗਾਉਂਦਾ ਹੈ? ਕੋਈ ਟੀਕਾ ਇਸ ਤਰ੍ਹਾਂ ਦੇ ਕਰਨ ਯੋਗ ਨਹੀਂ ਹੈ। ਜਦੋਂ ਤੁਸੀਂ ਟੀਕਾ ਲਗਵਾਉਣ ਜਾਂਦੇ ਹੋ ਤਾਂ ਕੀ ਹੁੰਦਾ ਹੈ? ਤੁਹਾਨੂੰ ਆਪਣੀ ਮੁਲਾਕਾਤ ਬਾਰੇ ਸੂਚਿਤ ਕਰਨ ਲਈ ਜਾਂ ਤਾਂ ਤੁਹਾਨੂੰ ਇੱਕ ਫੋਨ ਕਾਲ ਜਾਂ NHS GP ਤੋਂ ਇੱਕ ਪੱਤਰ ਮਿਲੇਗਾ। ਜਦੋਂ ਤੁਸੀਂ ਪਹੁੰਚਦੇ ਹੋ ਤੁਹਾਨੂੰ ਇੱਕ ਮਾਸਕ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਆਪਣੇ ਹੱਥ ਸਾਫ਼ ਕਰਨ ਲਈ ਕਿਹਾ ਜਾਵੇਗਾ। ਤੁਹਾਨੂੰ ਨਿਰਦੇਸ਼ ਦਿੱਤਾ ਜਾਵੇਗਾ ਅਤੇ ਸਮਾਜਿਕ ਤੌਰ ਤੇ ਦੂਰੀ ਵਾਲੀ ਜਗ੍ਹਾ ਵਿੱਚ ਇੰਤਜ਼ਾਰ ਕਰਨ ਲਈ ਕਿਹਾ ਜਾਵੇਗਾ ਜਦੋਂ ਤੱਕ ਕਿ ਤੁਹਾਡੀ ਵਾਰੀ ਨਾ ਆ ਜਾਵੇ। ਤੁਹਾਨੂੰ ਕਮਰੇ ਜਾਂ ਪੋਰਟ ਵਿੱਚ ਬੁਲਾਇਆ ਜਾਵੇਗਾ ਅਤੇ ਤੁਹਾਨੂੰ ਨਾਮ ਅਤੇ ਪਤੇ ਦੀ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ। ਕਲੀਨੀਸ਼ੀਅਨ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਤੁਹਾਨੂੰ ਕਿਹੜਾ ਟੀਕਾ ਲਗਾਇਆ ਜਾਏਗਾ। ਟੀਕਾ ਤੁਹਾਡੀ ਬਾਂਹ ਦੇ ਉੱਪਰਲੇ ਹਿੱਸੇ ਵਿੱਚ ਲਗਾਇਆ ਜਾਂਦਾ ਹੈ। ਤੁਹਾਨੂੰ ਇੱਕ ਕਾਰਡ ਫੜਾਇਆ ਜਾਵੇਗਾ ਜਿਸ ਉੱਤੇ ਮਿਤੀ ਅਤੇ ਟੀਕਾ ਲਗਵਾਉਣ ਦੀ ਤਸਦੀਕ ਕੀਤੀ ਹੋਵੇਗੀ। ਤੁਹਾਨੂੰ ਟੀਕੇ ਬਾਰੇ ਇੱਕ ਜਾਣਕਾਰੀ ਪਰਚਾ ਦਿੱਤਾ ਜਾਵੇਗਾ ਜਿਸ ਉੱਤੇ ਜਿਹੜਾ ਟੀਕਾ ਤੁਹਾਨੂੰ ਲਗਾਇਆ ਗਿਆ ਹੈ ਅਤੇ ਉਸ ਦੇ ਕਿਸੇ ਮਾੜੇ ਪ੍ਰਭਾਵਾਂ ਦਾ ਵੇਰਵਾ ਦਿੱਤਾ ਹੋਵੇਗਾ। ਤੁਹਾਨੂੰ ਕਿਸੇ ਵੀ ਪ੍ਰਤੀਕਰਮ ਦੀ ਸਥਿਤੀ ਵਿੱਚ ਟੀਕੇ ਤੋਂ ਬਾਅਦ 15 ਮਿੰਟ ਲਈ ਉਡੀਕ ਕਰਨ ਲਈ ਕਿਹਾ ਜਾਵੇਗਾ। ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਟੀਕੇ ਦੀਆਂ ਦੋਵੇਂ ਵੈਕਸੀਨ ਮਿਲ ਜਾਂਦੀਆਂ ਹਨ ਤੁਹਾਨੂੰ ਲਾਜ਼ਮੀ ਤੌਰ ਤੇ ਸਮਾਜਿਕ ਦੂਰੀਆਂ ਅਤੇ ਸਰਕਾਰੀ ਜਗ੍ਹਾ ਤੇ ਹੁੰਦੇ ਹੋਏ ਚਿਹਰੇ ਨੂੰ ਢੱਕਣ ਬਾਰੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਕੀ ਕੋਈ ਜਾਣੇ ਜਾਂ ਅਨੁਮਾਨਿਤ ਮੰਦੇ ਪ੍ਰਭਾਵ ਹਨ? ਪ੍ਰਦਾਨ ਕੀਤੇ ਗਏ 40,000 ਟ੍ਰਾਇਲਾਂ ਤੋਂ ਕੋਈ ਗੰਭੀਰ ਐਲਰਜੀ ਪ੍ਰਤੀਕਿਰਿਆ ਨਹੀਂ। ਕੁਝ ਲੋਕ ਸ਼ਾਇਦ ਥੋੜਾ ਜਿਹਾ ਬਿਮਾਰ ਮਹਿਸੂਸ ਕਰਦੇ ਹੋਣ, ਪਰ ਪ੍ਰਦਾਨ ਕੀਤੇ 40,000 ਟ੍ਰਾਇਲਾਂ ਵਿੱਚ ਕੋਈ ਮਹੱਤਵਪੂਰਨ ਮਾੜੇ ਪ੍ਰਭਾਵ ਜਾਂ ਗੰਭੀਰ ਐਲਰਜੀ ਪ੍ਰਤੀਕਿਰਿਆ ਨਹੀਂ ਵੇਖੀ ਗਈ। ਜੇ ਮੈਨੂੰ ਟੀਕਾ ਲਗਾਇਆ ਗਿਆ ਹੈ ਤਾਂ ਕੀ ਮੈਂ ਫੇਰ ਵੀ ਕੋਵਿਡ-19 ਨੂੰ ਦੂਜਿਆਂ ਵਿੱਚ ਸੰਚਾਰਿਤ ਕਰ ਸਕਦਾ ਹਾਂ? ਹਾਂ, ਟੀਕਾ ਤੁਹਾਨੂੰ ਗੰਭੀਰ ਪ੍ਰਭਾਵਾਂ ਜਾਂ ਵਾਇਰਸ ਤੋਂ ਹੋਣ ਵਾਲੀ ਮੌਤ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ, ਨਾ ਕਿ ਪ੍ਰਸਾਰਣ ਨੂੰ ਰੋਕ ਸਕਣ ਲਈ। ਇਹ ਤੁਹਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਸ ਨਾਲ ਬਚਾਅ ਹੋਣ ਦਾ ਬਿਹਤਰ ਮੌਕਾ ਪ੍ਰਦਾਨ ਕਰਦਾ ਹੈ। ਇਹ ਨਹੀਂ ਕਿ ਤੁਹਾਨੂੰ ਹੋ ਹੀ ਨਹੀਂ ਸਕਦਾ। ਜੇ ਮੈਨੂੰ ਐਲਰਜੀ ਹੁੰਦੀ ਹੈ ਤਾਂ ਕੀ ਕੀਤਾ ਜਾਵੇ? ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਵਾਲੇ ਲੋਕਾਂ ਲਈ ਉਹਨਾਂ ਨੂੰ ਆਪਣੇ GP ਨਾਲ ਸਲਾਹ ਮਸ਼ਵਰਾ ਕਰਨ ਦੀ ਜ਼ਰੂਰਤ ਹੋਵੇਗੀ। ਟੀਕਿਆਂ ਦੇ ਤੱਤਾਂ ਦੀ ਗੰਭੀਰ ਐਲਰਜੀ ਦੇ ਇਤਿਹਾਸ ਵਾਲੇ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾਣਾ ਚਾਹੀਦਾ। ਕਾਲੇ ਅਤੇ ਏਸ਼ੀਅਨ ਸਮੂਹਾਂ ਨੂੰ ਕੋਰੋਨਾ ਵਾਇਰਸ ਤੋਂ ਮਰਨ ਦਾ ਵਧੇਰੇ ਖਤਰਾ ਕਿਉਂ ਹੈ? ਵਾਇਰਸ ਵਿਤਕਰਾ ਨਹੀਂ ਕਰਦਾ। ਖੋਜ ਦਰਸਾਉਂਦੀ ਹੈ ਕਿ ਵਾਇਰਸ ਨਾਲ ਏਸ਼ੀਅਨ ਦੇ ਮਰਨ ਦੀ ਸੰਭਾਵਨਾ ਦੁੱਗਣੀ ਹੈ। ਕੀ ਵੈਕਸੀਨ ਸ਼ਾਕਾਹਾਰੀ ਜਾਂ ਵਿਗਨ ਦੋਸਤਾਨਾ ਹੈ? ਹਾਂ, ਕਿਸੇ ਵੀ ਵੈਕਸੀਨ ਵਿੱਚ ਗਰਭਸਥ ਸ਼ਿਸ਼ੂ ਅਤੇ ਜਾਨਵਰਾਂ ਦੀ ਉਤਪਤੀ ਦੀ ਕੋਈ ਸਮੱਗਰੀ ਨਹੀਂ ਹੈ। ਜਿੰਨਾ ਚਿਰ ਤੁਸੀਂ ਟੀਕੇ ਦੀ ਉਡੀਕ ਕਰਦੇ ਹੋ ਆਪਣੇ ਆਪ ਨੂੰ ਸੁਰੱਖਿਅਤ ਕਰਦੇ ਰਹੋ ਜਦੋਂ ਤੱਕ ਵੈਕਸੀਨ ਤੁਹਾਡੇ ਤੱਕ ਨਹੀਂ ਆ ਜਾਂਦੀ। ਸ਼ਾਇਦ ਤੁਹਾਨੂੰ ਕੁਝ ਸਮੇਂ ਲਈ ਪ੍ਰਾਪਤ ਨਾ ਹੋਵੇ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਵਾਇਰਸ ਦੀ ਪਕੜ ਜਾਂ ਫੈਲਣ ਤੋਂ ਬਚਾਉਂਦੇ ਰਹੋ। ਇਸ ਵਿੱਚ ਇਹ ਸਭ ਸ਼ਾਮਲ ਹਨ। ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰੋ ਜੋ ਤੁਹਾਡੇ ਤੇ ਲਾਗੂ ਹੁੰਦੇ ਹਨ। ਤੁਸੀਂ ਕਿੱਥੇ ਰਹਿੰਦੇ ਹੋ ਅਤੇ ਤੁਸੀਂ ਕਿੰਨੇ ਅਸੁਰੱਖਿਅਤ ਹੋ। ਆਪਣੇ ਹੱਥ ਅਕਸਰ ਗਰਮ ਪਾਣੀ ਅਤੇ ਸਾਬਣ ਨਾਲ ਧੋਵੋ ਜਾਂ ਹੱਥਾਂ ਤੇ ਰੋਗਾਣੂਨਾਸ਼ਕ ਦੀ ਵਰਤੋਂ ਕਰੋ। ਜਿਨ੍ਹਾਂ ਲੋਕਾਂ ਨਾਲ ਤੁਸੀਂ ਨਹੀਂ ਰਹਿੰਦੇ ਜਾਂ ਜੋ ਤੁਹਾਡੇ ਸਮਰਥਨ ਦੇ ਸਹਾਇਕ ਹਨ ਉਹਨਾਂ ਤੋਂ ਘੱਟੋ-ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜੇ ਤੁਸੀਂ ਮਾਸਕ ਪਾ ਸਕਦੇ ਹੋ ਤਾਂ ਜ਼ਰੂਰ ਪਾਓ। I always look forward to our Zoom meetings with our Sikh elders every Wednesday morning, and no 2 weeks are the same. Recent highlights have been translating for West Yorkshire Police Officer and the Census Officer. This was to ensure that our Sikh elders got the correct information in Punjabi, a language they can understand. I also enjoy making regular phone calls to the service users who can't join Zoom meetings
This is to ensure that this is to check up on their health and their well-being to make sure they're okay. ਸਾਰਿਆਂ ਨੂੰ ਜੀ ਵੈਲਕਮ ਬੈਕ ਤੇ ਹੋਪਫੁਲੀ ਹੁਣ ਤੁਸੀਂ ਆ ਇਨਫੋਰਮੇਸ਼ਨ ਤੁਹਾਨੂੰ ਪੰਜਾਬੀ ਚ ਸਮਝਾ ਦਿੱਤੀ ਹੋਗੀ ਵੈਕਸੀਨ ਦੇ ਬਾਰੇ ਤੇ ਤੁਹਾਡੇ ਕਾਫੀ ਹੈਲਪਫੁਲ ਹੋਗੀ ਦੇਖੋ ਬਹੁਤ ਟਾਈਮ ਲੱਗਦਾ ਇਹ ਵੀਡੀਓ ਬਣਾਉਣ ਲਈ ਤੇ ਬਹੁਤ ਮਿਹਨਤ ਲੱਗਦੀ ਹੈ ਸੋ ਸਿੱਖ ਐਲਡਰ ਸਰਵਿਸ ਵਾਲਿਆਂ ਨੇ ਜੋ ਲੀਡਸ ਵਿੱਚ ਉਹਨਾਂ ਨੇ ਇਹ ਬਣਾਈ ਆ ਤੇ ਥੈਂਕ ਯੂ ਸਰਬਜੀਤ ਨੂੰ ਜਿਨ੍ਹਾਂ ਨੇ ਇਹ ਵੀਡੀਓ ਭੇਜੀਆਂ ਸਾਨੂੰ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਥੈਂਕ ਯੂ ਅਗੇਨ ਹੋਪਫੁਲੀ ਦੇਖੋ ਜਿਹੜਾ ਆਪਣੀ ਭਾਸ਼ਾ ਵਿੱਚ ਕੋਈ ਨਾ ਕੋਈ ਚੀਜ਼ ਸਮਝਾਈ ਜਾਵੇ ਤਾਂ ਖਾਨੇ 'ਚ ਛੇਤੀ ਪੈ ਜਾਂਦੀ ਆ ਤਾਂ ਹੀ ਤਾਂ ਆਪਾਂ ਸ਼ੋਅ ਕਰੀਦਾ ਕਿ ਜਿੱਦਾਂ ਦੀ ਸਾਡੀ ਦੇਸੀ ਬੋਲੀ ਹੈਗੀ ਆ ਉਸ ਹਿਸਾਬ ਨਾਲ ਤੁਹਾਨੂੰ ਸਮਝਾਇਆ ਜਾਵੇ ਤੇ ਹੋਪਫੁਲੀ ਨਾ ਕਿ ਤੁਹਾਨੂੰ ਸਮਝ ਆ ਗਈ ਹੋਊਗੀ ਹੋਪਫੁਲੀ ਅ ਲੋਟ ਆਫ ਯੂ ਆਰ ਸੇਫ ਆਪਾਂ ਇਹੀ ਅਰਦਾਸ ਕਰਦੇ ਕਿ ਤੁਸੀਂ ਸੁਰੱਖਿਅਤ ਰਹੋ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋ ਕਿ ਦੇਖੋ ਇਹ ਕੋਈ ਕਵਚ ਨਹੀਂ ਕਿ ਤੁਹਾਨੂੰ ਵੈਕਸੀਨ ਲੱਗ ਗਈ ਤਾਂ ਕੋਵਿਡ ਹੋਊਗੀ ਨਹੀਂ ਪਰ ਇਹ 'ਚ ਇਹ ਆ ਕਿ ਇਹ ਤੁਹਾਡੇ 'ਚ ਜੋ ਸ਼ਕਤੀ ਪਾ ਦਿੰਦੀ ਤਾਂ ਕਿ ਤੁਸੀਂ ਲੜ ਸਕੋ ਕੋਵਿਡ ਦੇ ਨਾਲ ਤਾਂ ਕਿ ਮੌਤ ਤੋਂ ਤੁਸੀਂ ਬਚ ਸਕੋ ਤੇ you can still get COVID and you can still pass it on. So ਆਪਾਂ ਜੋ ਗਵਰਨਮੈਂਟ ਦੀ ਗਾਈਡਲਾਈਨ ਹੈ ਕਿ ਜੇ ਬਾਹਰ ਜਾਣਾ ਤਾਂ ਮਾਸਕ ਪਾਉਣਾ ਵੈਸੇ ਘਰ ਰਹਿਣਾ ਹੈ ਕਿ ਲੋਕਡਾਊਨ ਦੇ ਵਿੱਚ ਆਪਾਂ ਸੋ ਸਾਨੂੰ ਬੇਵਜ੍ਹਾ ਬਾਹਰ ਜਾਣ ਦੀ ਜ਼ਰੂਰਤ ਹੈ ਨਹੀਂ ਇਹ ਚੀਜ਼ਾਂ ਸਾਨੂੰ ਨੋਟ ਕਰਨੀਆਂ ਪੈਣੀਆਂ ਥੋੜ੍ਹਾ ਜਿਹਾ ਬਸ ਕੁਛ ਹੋਰ ਸਮਾਂ ਹੈ ਜੀ ਸਕੂਲ ਦੇਖੋ ਖੁੱਲ੍ਹ ਗਏ ਆ ਅਗਲੀ ਵੀਕ ਤੱਕ ਸਾਨੂੰ ਪਤਾ ਲੱਗ ਜਾਣਾ ਕਿ ਸਕੂਲਾਂ ਦੇ ਨਾਲ ਖੋਲ੍ਹਣ ਨਾਲ ਕਿ ਕੋਵਿਡ ਵੱਧਦੀ ਆ ਜਾਂ ਘਟਦੀ ਆ ਜਾਂ ਨਹੀਂ and all your kids must have been back at school and I hope you're all happy and that you all can meet your friends again you can play again but you've got to be careful and do what the teacher says so make sure you take all the guidelines and that you sanitize your hands and you know if you're told to wear a mask then you wear a mask and that you don't necessarily hug each other and you know you've got to be careful at school so no unnecessary touching that's so hopefully you're all back at school now and to all the mums and dads who are homeschooling ਬਹੁਤ ਵਧਾਈਆਂ ਤੁਹਾਨੂੰ you have your sanity back and that in itself is quite a good thing I feel your pain not in this lockdown I didn't but because I didn't do much homeschooling in this lockdown but I did it in the first two so I feel your pain but hopefully ਹੁਣ ਤੁਸੀਂ ਕਿਉਂ ਮਾਪਿਆਂ ਨੂੰ ਤਾਂ ਅੱਧੇ ਕਮਰੇ ਨਿਆਣੇ ਨੇ ਕੀਤਾ ਸੀ ਘਰ ਰਹਿ ਕੇ ਘਰ ਨਿਆਣੇ ਨੂੰ ਐਂਟਰਟੇਨ ਕਰਨਾ ਵੀ ਸਾਰਾ ਦਿਨ ਕੋਈ ਸੌਖੀ ਜੋਬ ਨਹੀਂ ਸਭ ਤੋਂ ਔਖੀ ਉਹ ਹੈ ਕਿ 2-2 ਮਿੰਟਾਂ ਬਾਅਦ ਮਮ ਡੈਡ ਸੋ ਹੁਣ ਥੋੜ੍ਹਾ ਜਿਹਾ ਦਿਮਾਗ ਟਿਕਾਣੇ ਆਇਆ ਸਾਰਿਆਂ ਦਾ ਅਤੇ ਆਪਣਾ ਤੁਸੀਂ ਹੁਣ ਥੋੜ੍ਹੀ ਨੋਰਮਲ ਸਰਵਿਸ ਰਿਜ਼ਿਊਮ ਕਰੋ ਇਹ ਗਵਰਨਮੈਂਟ ਨੇ ਹਮੇਸ਼ਾ ਹੀ ਇਹੀ ਕਿਹਾ ਕਿ ਦੇਖੋ ਇਸ ਚੀਜ਼ ਤੋਂ ਨਿਕਲਣ ਦਾ ਤਰੀਕਾ ਵੈਕਸੀਨ ਹੀ ਆ ਸੋ ਜਿੰਨੀ ਵੈਕਸੀਨ ਲੱਗੂਗੀ ਉਨੇ ਲੋਕਾਂ ਦਾ ਟਰਾਂਸਮਿਸ਼ਨ ਰੇਟ ਘਟੂਗਾ ਹੋਪਫੁਲੀ ਉਨੇ ਲੋਕਾਂ ਦੀ ਘੱਟ ਮੌਤਾਂ ਹੋ ਗਈਆਂ ਉਨੇ ਲੋਕ ਪ੍ਰੋਟੈਕਟਿਡ ਹੋ ਗਏ ਮਰਨ ਤੋਂ ਸੋ ਉਹਦੇ ਵਿੱਚ ਇਹਨਾਂ ਨੇ ਇਹੀ ਕਿਹਾ ਕਿ ਰਾਹ ਇਹੀ ਆ ਅਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਜਾਣ ਕੇ ਕਿ ਆਪਣੀ ਕਮਿਊਨਿਟੀ ਦੇ ਵਿੱਚ ਜੋ ਲੋਕ ਅਫਵਾਹਾਂ ਉਡਾਉਂਦੇ ਸੀ ਉਹਨੂੰ ਬੜਾ ਗੌਰ ਨਹੀਂ ਦਿੱਤਾ ਗਿਆ ਹੁਣ ਅਤੇ ਲੋਕ ਆਪਣੇ ਵੈਕਸੀਨਾਂ ਲਵਾ ਰਹੇ ਆ ਤੁਹਾਨੂੰ ਤਾਂ ਪਤਾ ਹੈ ਕਿ ਆਪਾਂ ਐਵਰੀ ਵੀਕ ਤੁਹਾਨੂੰ ਕਿੰਨੀਆਂ ਆਪਾਂ ਜੋ ਹੈਗੀਆਂ ਅਪਡੇਟਸ ਦਿੰਦੇ ਹਾਂ ਕਰੋਨਾ ਦੀਆਂ ਮੈਂ ਆਪਣਾ ਜੋ ਨੋਰਮਲ ਇਮੀਗ੍ਰੇਸ਼ਨ ਦਾ ਸ਼ੋਅ ਆ ਉਹ ਉਠਾ ਕੇ ਪਿਛਲੇ ਸਾਲ ਤੋਂ ਤੁਹਾਨੂੰ ਹਰ ਹਫਤੇ ਕਰੋਨਾ ਦਾ ਮੈਂ ਦੇ ਰਿਹਾ ਜਦੋਂ ਇੰਡੀਆ 'ਚ ਲੋਕ ਫਸੇ ਸੀ ਤਾਂ ਫਲਾਈਟਾਂ ਦਾ ਦੇ ਰਿਹਾ ਬਹੁਤ ਲੋਕਾਂ ਨੇ ਮੈਨੂੰ ਕਿਹਾ ਹਰਜਾਬ ਤੈਨੂੰ ਤਾਂ ਇਨਾਮ ਮਿਲਣਾ ਚਾਹੀਦਾ ਜਿੰਨਾ ਤੂੰ ਕੀਤਾ ਸਾਲ ਭਰ ਸਾਡੇ ਸਿਆਣਿਆਂ ਨੂੰ ਬਚਾਇਆ ਜਾਂ ਦੱਸਿਆ ਕਿ ਘਰ ਰਹੋ ਕਿਸੇ ਨੇ ਨਹੀਂ ਦੱਸਿਆ ਦੇਖੋ ਆਪਾਂ ਇਨਾਮ ਲਈ ਨਹੀਂ ਕਰ ਰਹੇ ਸਾਡਾ ਇਨਾਮ ਇਹੀ ਆ ਕਿ ਜਦੋਂ ਆਪਾਂ ਕਿਸੇ ਆਂਟੀ ਨੂੰ ਮਿਲਦੇ ਹਾਂ ਤਾਂ ਉਹ ਕਹੂਗੀ ਕਿੱਦਾਂ ਪੁੱਤ ਠੀਕ ਆ ਆਪ ਬਹੁਤ ਵਧੀਆ ਨਾ ਜਾਂ ਪੁੱਤ ਤੂੰ ਤਾਂ ਮੇਰੇ ਪੁੱਤਾਂ ਵਰਗਾ ਆ ਇੰਨਾ ਹੀ ਬਹੁਤ ਹੈ ਆਪਣੇ ਲਈ ਇਹ ਇਨਾਮ ਹੈ ਜੀ ਕਿ ਤੁਸੀਂ ਜੀਂਦੇ ਰਹੋ ਹਲੇ ਹੈ ਨਾ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਮਾਪੇ ਨੂੰ ਕੁਛ ਹੋਵੇ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਤੁਹਾਡੇ ਬੱਚਿਆਂ ਦੇ ਮਾਪਿਆਂ ਨੂੰ ਕੁਛ ਹੋਵੇ ਇਹੀ ਤਾਂ ਆਪਣਾ ਜੋ ਇਕੱਠ ਹੁੰਦਾ ਜੋ ਭਾਈਚਾਰਾ ਹੁੰਦਾ ਇਸ ਸ਼ੋਅ ਦਾ ਇਹੀ ਤਾਂ ਹੈ ਨਾ ਇਹ ਤਾਂ ਹੈ ਨਹੀਂ ਕਿ ਮੈਂ ਤੁਹਾਡੇ ਨਾਲ ਗਾਹਕਾਂ ਵਾਲੀ ਕਰਦਾ ਹਮੇਸ਼ਾ ਤੁਹਾਡੇ ਨਾਲ ਟੱਬਰ ਵਾਲੀ ਕੀਤੀ ਆ ਭਾਵੇਂ ਝਿੜਕੇ ਮਾਰੇ ਭਾਵੇਂ ਤੁਹਾਨੂੰ ਗੱਲਾਂ ਸੁਣਾਈਆਂ ਭਾਵੇਂ ਤੁਹਾਡੀਆਂ ਸੁਣੀਆਂ ਹੈਂ ਬਟ
ਜੋ ਟੱਬਰ 'ਚ ਹੁੰਦਾ ਇਹੀ ਹੁੰਦਾ, ਇੱਕ ਪੇ ਦੇ ਨਾਤੇ, ਇੱਕ ਦੋਸਤ ਦੇ ਨਾਤੇ, ਇੱਕ ਭਰਾ ਦੇ ਨਾਤੇ, ਹੈ ਨਾ। ਮੈਨੂੰ ਤੁਹਾਨੂੰ ਮੱਤ ਦੇਣ ਦਾ ਵੀ ਹੱਕ ਆ, ਅਤੇ ਮੈਨੂੰ ਤੁਹਾਨੂੰ ਦਬ ਕੇ ਮਾਰਨ ਦਾ ਵੀ ਹੱਕ ਆ, ਅਤੇ ਮੈਨੂੰ ਤੁਹਾਡੀ ਗੱਲਾਂ ਸੁਣਨ ਦਾ ਵੀ ਹੱਕ ਆ। ਸੋ ਆਪਾਂ ਜੋ ਪਰਿਵਾਰ 'ਚ ਕੰਮ ਹੁੰਦੇ ਆਪਾਂ ਉਹੀ ਚੀਜ਼ਾਂ ਕਰਦੇ ਆ। ਐਂਡ ਥੈਂਕ ਯੂ ਕਿ ਤੁਸੀਂ ਇੰਨੀ ਇੱਜ਼ਤ ਦਿੰਦੇ ਆ, ਇੰਨਾ ਪਿਆਰ ਦਿੰਦੇ ਆ, ਜੋ ਕਿ ਸ਼ਾਇਦ ਤੁਸੀਂ ਕਿਸੇ ਹੋਰ ਸ਼ੋਅ ਨੂੰ ਦਿੰਦੇ ਆ। ਬਟ ਉਹਦੇ ਬਦਲੇ ਤਾਂ ਹੀ ਮੈਂ ਆਉਣਾ ਜੀ, ਤੁਹਾਨੂੰ ਦੱਸਣ ਲਈ ਇਹ ਚੀਜ਼ਾਂ। ਨਹੀਂ ਤਾਂ ਬਾਕੀ ਵੀ ਹੁਣ ਟੀ ਵੀ 'ਤੇ ਕਹਿੰਦੇ ਕਿ ਟੀ ਵੀ 'ਤੇ ਦੇਖ ਲਓ, ਦੇਖ ਲਓ, ਦੇਖ ਲਓ, ਤਾਂ ਆਪਾਂ ਵੀ ਕਹਿ ਸਕਦੇ ਹਾਂ, ਪਰ ਨਹੀਂ, ਮੇਰਾ ਫਰਜ਼ ਬਣਦਾ ਜੀ, ਆਈ ਫੀਲ ਕਿ ਮੈਂ ਤੁਹਾਨੂੰ ਹਰ ਇੱਕ ਗੱਲ ਸਮਝਾਵਾਂ ਕਿ ਹੋ ਕੀ ਰਿਹਾ। ਕਿਉਂ ਕਈ ਵਾਰੀ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਕਿ ਕੀ ਹੋ ਰਿਹਾ ਇਸ ਵੇਲੇ, ਕੀ ਨਹੀਂ, ਗੌਰਮੈਂਟ ਦੀ ਕੀ ਪਲਾਨ ਆ, ਕੀ ਨਹੀਂ। ਸੋ ਹੁਣ ਆਪਾਂ ਕਰੋਨਾ ਦੀ ਤਾਂ ਗੱਲ ਕਰ ਲਈ, ਹੁਣ ਅਗਲੇ ਹਿੱਸੇ 'ਚ ਆਪਣਾ ਗੱਲ ਕਰਾਂਗੇ ਪੋਸਟ ਸਟੱਡੀ ਵਰਕ ਵੀਜ਼ਾ ਦੀ, ਕਿ ਗਵਰਨਮੈਂਟ ਨੇ ਕੀ ਸਕੀਮ ਕੱਢੀ ਹੈ ਜੀ ਉਹਨਾਂ ਲਈ, ਜਿਹੜੇ ਇੱਥੇ ਪੜ੍ਹਨ ਆਉਂਦੇ ਆ ਤਾਂ ਪੜ੍ਹਨ ਤੋਂ ਬਾਅਦ ਉਹਨਾਂ ਲਈ ਕਿਹੜੇ ਕਿਹੜੇ ਵੀਜ਼ੇ ਕੱਢੇ ਆ। ਇਸ ਤੋਂ ਪਹਿਲਾਂ ਆਪਾਂ ਇੱਕ ਦੋ ਮੈਸੇਜ ਤੁਹਾਡੇ ਪੜ੍ਹ ਦਈਏ। Hi Harjap Bhaji, can you say a happy 5th birthday to my granddaughter Jaya Bali? She turned 5 on 6th of March. Love from Baba, Bibi, Pua Kiran, for Rakesh and sister Amria. Wishing her a happy birthday, which was last week. So yeah, Jaya Bali, you're 5 now, so happy birthday to you from everyone in the whole world. Hi Harjap, can we get a shout out this week from Raj and Shelley in Coventry? Yeah, so hi Raj and Shelley, thank you for watching the show. Let's have a look on ਆਪਾਂ ਹੋਰ ਕੀ, ਇੱਕ ਹੋਰ ਵੀ ਸੀ ਮੈਸੇਜ। ਧਰਮਤਰ ਰਮਨ ਜਠੌਲ ਨੂੰ ਬਹੁਤ ਬਹੁਤ ਵਧਾਈਆਂ, ਲੜਕਾ ਹੋਇਆ ਉਹਨਾਂ ਦੇ ਅਰਜੁਨ ਇਸ ਹਫਤੇ। ਸੋ ਬਹੁਤ ਬਹੁਤ ਤੁਹਾਨੂੰ ਵਧਾਈਆਂ ਹੋਵੇ ਜੀ ਤੁਹਾਡੇ ਪਰਿਵਾਰ ਨੂੰ। ਹੋਰ ਦੇਖੀਏ ਕਿ ਕਿਹਨਾਂ ਦੇ ਮੈਸੇਜ ਆਇਆ ਵਾ ਜੀ। ਇੱਕ ਜੀ ਰੂਬਨ ਸਿੰਘ ਧਾਲੀਵਾਲ, ਜੋ ਕਿ ਸਾਡੇ ਦੋਸਤ ਬੈਨੀ ਧਾਲੀਵਾਲ ਦਾ ਲੜਕਾ ਆ, ਉਹਨੂੰ ਹੈਪੀ 10th ਬਰਥਡੇ ਫਰੋਮ ਹਿਸ ਬਾਬਾ and ਬੀਬੀ। So happy 10th birthday, Ruben. Let's have a look. Anything else? Nah, that should be enough for now. Message बहुत आ रहे पर टाइम भी चाहिए। मैं पानी पूनी पियावां ਤੇ ਆਪਾਂ ਜਾਣੇ ਬ੍ਰੇਕ ਵਾਲ, ਤਾਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਆਪਾਂ ਪੋਸਟ ਸਟੱਡੀ ਵਰਕ ਵੀਜ਼ੇ ਦੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। Peloton, come on, let's get this workout started. Claire and Manchester, you got this. Heart rate stays up. We're moving to the mat. Let's go, Peloton. Bring that thunder. We did it together, Peloton. Oh, yeah. It's time to up your game with the unreal power of the new Samsung Galaxy S21 5G on the UK's #1 network. And the Gaming Unleashed bundle, free and exclusive on EE. Enjoy over 100 Xbox games with 12 months of Xbox Game Pass Ultimate on the brilliant S21 screen. Game anywhere, anytime with a Razer Kishi controller. You only get this kind of edge with EE. Order the epic Samsung Galaxy S21 5G now or get envy. At Middleton's, we present our Discovery scooter. Let's take a closer look. Available in copper, red or purple. Easily fold and unfold using the remote control or the buttons on the rear of the scooter itself. Folding within 20 seconds. And weighing in at only 20 kilograms, this compact scooter adjusts to fit inside most car boots. Middleton's. Live life without limits. At Heycar, all our cars come with a warranty. And we offer a 10-day money-back guarantee. For the best quality cars, search Heycar now. Hey, buying a car never felt so good.
with furniture for today and all of your tomorrows. Visit the Cotswold Company to find your forever furniture. Find thousands of pieces in-store and online at cotswoldco.com. This is an urgent appeal from Save the Children. Health systems around the world are at breaking point. But we must make sure children get the treatment they need for other deadly diseases. That boy has pneumonia, that boy has pneumonia, this girl has pneumonia, that boy has pneumonia. And there's a new arrival. This is Emmanuel and his twin brother. They've just turned 1. But pneumonia has filled their lungs with fluid, and they are fighting for every breath. The condition might deteriorate, and we are at risk of losing them. Pneumonia is a ruthless and painful killer, but there is a simple solution. Emmanuel needs antibiotics. These tablets cost less than £3, and that's all we're asking you for. Text tablet 10 to 70002 to give £3 a month through your mobile. Your donation will make an even bigger difference for children at such a scary time. They can still have a healthy and happy childhood if they get the medicine they need. This antibiotic could save a child's life. For children like Emmanuel and his brother, a single text could buy the medicine they need. Please, text tablet 10 to 70002. Your £3 a month could change the future for a child like Emmanuel. ਸਾਰਿਆਂ ਨੂੰ ਵੈਲਕਮ ਬੈਕ ਟੂ ਦ ਸ਼ੋ ਐਂਡ ਆਪਾਂ ਹੁਣ ਗੱਲ ਕਰਾਂਗੇ ਪੋਸਟ ਸਟੱਡੀ ਵਰਕ ਤੇ ਵੀਜ਼ੇ ਦੀ। ਇਸ ਤੋਂ ਪਹਿਲਾਂ ਮੇਰੇ ਖਿਆਲ ਦੇਖ ਲਈਏ ਕਿ ਕੋਈ ਮੈਸੇਜ ਆਇਆ ਜਾਂ ਨਹੀਂ। ਮੈਸੇਜ ਛੱਡੋ, ਜਦ ਤੱਕ ਮੈਸੇਜ ਆਈ ਜਾਣੇ ਆਪਾਂ ਪੋਸਟ ਸਟੱਡੀ ਵਰਕ ਦੀ ਗੱਲ ਕਰੀਏ। ਰਾਈਟ, ਬਹੁਤ ਚਿਰ ਪਹਿਲਾਂ, ਕੁਝ ਸਾਲ ਪਹਿਲਾਂ ਇੱਕ ਵੀਜ਼ਾ ਹੁੰਦਾ ਸੀ ਜਿਹਦਾ ਨਾਂ ਹੁੰਦਾ ਸੀ ਪੋਸਟ ਸਟੱਡੀ ਵਰਕ ਵੀਜ਼ਾ, PSW। ਨਾ ਉਹ ਕੀ ਹੁੰਦਾ ਸੀ? ਉਹ ਜੀ ਇੱਕ ਸਕੀਮ ਸੀਗੀ ਜੋ ਗੌਰਮੈਂਟ ਨੇ ਬਣਾਈ ਸੀਗੀ ਤਾਂ ਕਿ ਇੱਥੇ ਸਟੂਡੈਂਟ ਅਟਰੈਕਟ ਕਰ ਸਕਣ, ਕਿਉਂਕਿ ਹੋਰ ਕੰਟਰੀ ਦੇ ਵਿੱਚ ਸਟੂਡੈਂਟ ਜਾ ਰਹੇ ਸੀਗੇ ਜਿੱਦਾਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ, ਇੰਗਲੈਂਡ ਤੋਂ ਪਹਿਲਾਂ, UK ਤੋਂ ਪਹਿਲਾਂ। ਤਾਂ ਗਵਰਨਮੈਂਟ ਨੇ ਉਸ ਵੇਲੇ ਸੋਚਿਆ ਸੀ ਯਾਰ ਆਪਾਂ ਚਾਹੁੰਦੇ ਹਾਂ ਕਿ ਸਟੂਡੈਂਟ ਇੱਥੇ ਜ਼ਿਆਦਾ ਆਉਣ। ਯੂਨੀਅਨ ਨੇ ਵੀ ਥੋੜ੍ਹੀ ਖੱਪ ਪਾਈ ਗੌਰਮੈਂਟ ਦੁਆਲੇ ਹੋਏ ਕਿ ਜੀ ਤੁਸੀਂ ਤਾਂ ਸਾਡੇ ਸਟੂਡੈਂਟ ਹੀ ਡਰਾਤੇ ਸਾਰੇ, ਤੁਸੀਂ ਤਾਂ ਕਹਿੰਦੇ ਕਿ ਆਓ ਪੜ੍ਹੋ ਜਾਓ, ਇਹਨਾਂ ਲਈ ਕੋਈ ਫਾਇਦਾ ਹੀ ਨਹੀਂ। ਅਗਲੇ ਕਹਿੰਦੇ ਆਪਾਂ ਕੀ ਕਰਨਾ ਆ ਕੇ। ਸਭ ਕੁਝ ਸਾਲ ਪਹਿਲਾਂ ਗੌਰਮੈਂਟ ਨੇ ਇੱਕ ਸਕੀਮ ਇੰਟਰੋਡਿਊਸ ਕੀਤੀ ਸੀ ਪੋਸਟ ਸਟੱਡੀ ਵਰਕ। ਉਹਦੇ ਵਿੱਚ ਇੱਦਾਂ ਹੁੰਦਾ ਸੀ ਕਿ ਜੇ ਤੁਸੀਂ ਇੱਥੋਂ ਡਿਗਰੀ ਕਰ ਲਓ ਜਾਂ ਮਾਸਟਰਸ ਕਰ ਲਓ ਜਾਂ PhD ਕਰ ਲਓ, ਉਸ ਤੋਂ ਬਾਅਦ ਤੁਹਾਨੂੰ 2 ਸਾਲ ਦਾ ਕੰਮ ਦਾ ਵੀਜ਼ਾ ਦਿੱਤਾ ਜਾਂਦਾ ਸੀ ਖੁੱਲ੍ਹਾ, ਤਾਂ ਕਿ ਤੁਸੀਂ ਕੰਮ ਕਰ ਸਕੋ। ਤਾਂ ਉਹਦੇ ਨਾਲ ਜਿੰਨੇ ਤੁਸੀਂ ਫੀਸ 'ਤੇ ਖਰਚੇ ਪੈਸੇ ਤੁਸੀਂ ਆਪਣੇ ਵਾਪਸ ਕਰ ਸਕੋ। ਉਹ ਜੀ ਸਿਸਟਮ ਹੋਣ ਲੱਗ ਪਈ ਸੀ ਅਬਿਊਜ਼, ਕਿਉਂ ਉਹਦੇ ਵਿੱਚ ਤੁਹਾਨੂੰ ਪਤਾ ਹੈ ਐਜ਼ ਪ੍ਰੀਟੀ ਮਚ ਐਵਰੀ ਸਿਸਟਮ ਡਜ਼ ਵਨ ਇਟ ਕਮਸ ਆਊਟ। ਸੋ ਗਵਰਨਮੈਂਟ ਜਦੋਂ ਬਦਲੀ ਤਾਂ ਉਹਨਾਂ ਨੇ ਕਿਹਾ ਜੀ ਆ ਕਰੋ ਬੰਦ ਇਹਨੂੰ, ਇਹਦਾ ਹੁੰਦਾ ਮਿਸਯੂਜ਼, ਤਾਂ ਆਪਾਂ ਨਹੀਂ ਕਰਨੀ ਇੰਟਰੋਡਿਊਸ। ਇਸ ਸਾਲ ਤੇ ਐਕਚੁਅਲੀ ਲਾਸਟ ਈਅਰ ਇਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਸੀਗੀ ਕਿ ਸਮਰ 2021 ਤੋਂ ਬਾਅਦ ਜਿਹੜੇ ਗ੍ਰੈਜੂਏਟ ਹੋਊਗੇ ਤੇ ਉਹਨਾਂ ਨੂੰ ਆਪਾਂ PSW ਦਊਂਗੇ, ਪਰ ਕੋਈ ਡੇਟ ਨਹੀਂ ਰੱਖੀ ਸੀਗੀ। ਇਹਦਾ ਨਾਂ PSW ਨਹੀਂ, ਹੁਣ ਇਹਦਾ ਨਾਂ ਇਹਨਾਂ ਨੇ ਰੱਖਿਆ ਗ੍ਰੈਜੂਏਟ ਸਕੀਮ ਜੋ ਹੈਗਾ ਵੀਜ਼ਾ। ਸੋ ਉਹ ਆ ਜੀ ਕਿ ਜਿਹੜੇ ਲੋਕ ਇੱਥੇ ਡਿਗਰੀ ਕਰ ਲੈਂਦੇ ਪੂਰੇ, ਹੁਣ ਜਿੰਨੇ ਸਟੂਡੈਂਟ ਆਏ ਹੋ ਆ, ਜੇ ਤੁਸੀਂ ਡਿਗਰੀ ਕਰ ਲਓਗੇ ਪੂਰੇ 1 ਜੁਲਾਈ ਤੋਂ ਬਾਅਦ, ਤਾਂ ਤੁਸੀਂ ਅਪਲਾਈ ਕਰ ਸਕਦੇ ਆ ਇੱਕ ਵੀਜ਼ੇ ਦੇ ਵਿੱਚ ਇਹਦੇ ਲਈ, ਜੋ ਕਿ ਇੱਕ ਖੁੱਲ੍ਹਾ ਕੰਮ ਕਰਨ ਦਾ ਵੀਜ਼ਾ ਹੈਗਾ ਆ, ਜਿਹਦੇ ਵਿੱਚ ਤੁਸੀਂ 2 ਸਾਲ ਤੱਕ ਇੱਥੇ ਰਹਿ ਕੇ ਕੰਮ ਕਰ ਸਕਦੇ ਆ। ਸੋ ਇਹ ਐਪਲੀਕੇਸ਼ਨ ਖੁੱਲ੍ਹਣੇ 1 ਜੁਲਾਈ ਨੂੰ। ਸੋ ਜਿਨ੍ਹਾਂ ਦੇ ਹੁਣ ਮਈ 'ਚ ਵੀਜ਼ੇ ਖਤਮ ਹੋ ਰਹੇ ਆ, ਇਹ ਉਹਨਾਂ ਲਈ ਨਹੀਂ ਹੈਗੇ ਜੀ, ਇਹ ਉਹਨਾਂ ਲਈ ਆ ਜਿੱਦਾਂ ਜਿਨ੍ਹਾਂ ਦੇ ਵੀਜ਼ੇ ਸਤੰਬਰ 'ਚ ਖਤਮ ਹੋ ਰਹੇ ਆ, ਜਿਨ੍ਹਾਂ ਦੇ ਵੀਜ਼ੇ ਇਸ ਸਾਲ ਅਗਲੇ ਸਾਲ ਲੇਟਰ ਔਨ ਖਤਮ ਹੋ ਰਹੇ ਆ, ਅਤੇ ਉਹਨਾਂ ਦੀ ਕੋਰਸ ਜੋ ਹੈਗੀ ਡਿਗਰੀ ਉਹਨਾਂ ਨੇ 1 ਜੁਲਾਈ 2021 ਤੋਂ ਬਾਅਦ ਲੈਣੀ ਹੈਗੀ ਆ।
ਇਹਦੇ ਵਿੱਚ ਉਹਨਾਂ ਨੇ ਇੱਕ ਤਾਂ ਕੀਤਾ ਹੈ ਜੀ ਤਾਂ ਕਿ ਸਟੂਡੈਂਟ ਨੂੰ 2 ਸਾਲ ਦਾ ਕੰਮ ਦਾ ਵੀਜ਼ਾ ਦਿੱਤਾ ਜਾਵੇ ਅਤੇ ਉਹਦੇ ਵਿੱਚ ਉਹ ਆਪਣਾ ਜਿੱਥੇ ਮਰਜ਼ੀ ਕੰਮ ਕਰ ਸਕਦਾ। ਇਹਦੇ ਵਿੱਚ ਜੋਬ ਆਫਰ ਦੀ ਲੋੜ ਹੈ ਨਹੀਂ, ਸੋ ਯੂ ਡੋਂਟ ਨੀਡ ਅ ਜੋਬ ਆਫਰ ਇਹਦੇ ਵਿੱਚ। ਅਤੇ ਇਹਦੇ ਵਿੱਚ ਬਾਹਲੇ ਫੰਡਸ ਵੀ ਦਿਖਾਉਣ ਦੀ ਲੋੜ ਹੈ ਨਹੀਂ। ਇਹਦੇ ਵਿੱਚ ਸਿਰਫ ਤੁਹਾਨੂੰ ਚਾਹੀਦੀ ਇੱਕ ਡਿਗਰੀ ਅਤੇ ਆਲਸੋ ਤੁਹਾਡਾ ਅਟੈਂਡੈਂਸ ਜੋ ਹੋਵੇ ਉਹ ਅਪ ਟੂ ਡੇਟ ਹੋਵੇ। ਸੋ ਇਹ ਨਹੀਂ ਕਿ ਤੁਸੀਂ ਡਿਗਰੀ ਲੈ ਲਈ ਅਤੇ 90% ਤੁਸੀਂ ਗਏ ਨਾ ਹੋਣ ਲੈਕਚਰਾਂ ਨੂੰ। ਤੁਹਾਡੀ ਅਟੈਂਡੈਂਸ ਵੀ ਦੇਖਣੀ ਇਹਨਾਂ ਨੇ ਅਤੇ ਤੁਹਾਡੀ ਡਿਗਰੀ ਵੀ ਦੇਖਣੀ ਇਹਨਾਂ ਨੇ। ਇਹਦੇ ਵਿੱਚ ਜੇ ਤੁਹਾਡੇ ਕੋਲ ਹੈਗਾ ਤੁਸੀਂ ਡਿਗਰੀ ਇੱਥੇ ਪ੍ਰਾਪਤ ਕਰ ਲੈਂਦੇ ਆ ਜਾਂ ਮਾਸਟਰਸ, ਤਾਂ ਉਹਦੇ ਵਿੱਚ ਤੁਹਾਨੂੰ 2 ਸਾਲ ਦਾ ਕੰਮ ਦਾ ਵੀਜ਼ਾ ਮਿਲੂਗਾ। ਜੇ ਤੁਸੀਂ PhD ਕਰ ਲੈਂਦੇ ਆ ਫਿਰ ਤੁਹਾਨੂੰ 3 ਸਾਲ ਮਿਲਣਾ ਕੰਮ ਦਾ ਵੀਜ਼ਾ। ਸੋ ਜਿੰਨੀ ਜ਼ਿਆਦਾ ਮਿਹਨਤ ਉਨਾ ਜ਼ਿਆਦਾ ਫਲ। ਇਹਦੇ ਵਿੱਚ ਤੁਸੀਂ ਜੀ ਕਿਤੇ ਵੀ ਜੋਬ ਕਰ ਸਕਦੇ, ਬਟ ਇਹਦੇ ਨਾਲ ਹੁਣ ਇਸ ਸਾਲ ਤਾਂ ਬਹੁਤ ਹੀ ਮਿਹਰਬਾਨ ਹੋ ਗਈ ਗੌਰਮੈਂਟ, ਅਤੇ ਇੰਨੀ ਕੁ ਮਿਹਰਬਾਨੀ ਹੋਈ ਨਹੀਂ ਸਟੂਡੈਂਟਾਂ ਦੇ ਅੱਗੇ। ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਇਹਦਾ ਇਹ ਫਾਇਦਾ ਹੈ ਕਿ ਤੁਸੀਂ 2 ਸਾਲ ਦਾ ਜੋ ਕੰਮ ਦਾ ਵੀਜ਼ਾ ਇਹ ਮਿਲਣਾ ਤੁਹਾਨੂੰ, ਉਹਦੇ ਵਿੱਚ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਆ ਅਤੇ ਇਹਦੇ ਵਿੱਚ ਤੁਸੀਂ ਸਵਿਚ ਕਰ ਸਕਦੇ ਆ ਵਰਕ ਪਰਮਿਟ ਦੇ ਵਿੱਚ। ਬਟ ਵਰਕ ਪਰਮਿਟ ਜੋ ਹੁੰਦਾ ਆ ਇਹਦੇ 'ਚ ਫਰਕ ਦੱਸਦੀ ਹੈ। ਇਹ ਹੈਗਾ PSW, ਇਹਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਆ, ਇੰਪਲੋਇਰ ਦੀ ਲੋੜ ਹੁੰਦੀ ਨਹੀਂ। ਜੋ ਵਰਕ ਪਰਮਿਟ ਹੁੰਦਾ, ਜੋ Tier 2 ਸਕਿਲਡ ਵਰਕਰ ਹੁੰਦਾ ਜੀ, ਉਹ ਸਿਰਫ ਕੰਮ ਵਾਲਾ ਹੀ ਕਢਾ ਸਕਦਾ ਤੁਹਾਡੇ ਲਈ। ਤਾਂ ਉਹਦੇ ਨਾਲ ਫਿਰ ਤੁਸੀਂ ਬੰਨ ਹੋ ਜਾਂਦੇ ਆ, ਜਿੱਦਾਂ ਤੁਸੀਂ ਜੂਨੀ ਨਾਲ ਬੰਨੇ ਹੋ ਸੀ। ਤਾਂ ਉਹ ਫਿਰ 5 ਸਾਲ ਤੱਕ ਤੁਹਾਨੂੰ ਜੇ ਰੱਖੂਗਾ, ਤੁਸੀਂ ਉਸ ਤੋਂ ਬਾਅਦ ਪੱਕੇ ਹੋ ਸਕਦੇ ਆ। ਉਹ ਕੰਮ ਵਾਲੇ ਕੋਲ ਸਪੋਂਸਰ ਲਾਇਸੈਂਸ ਹੋਣਾ ਚਾਹੀਦਾ, UKVI Tier 2 ਸਪੋਂਸਰ ਲਾਇਸੈਂਸ। ਹੁਣ ਬਹੁਤ ਪ੍ਰੋਬਲਮ ਇਹ ਆ ਜੀ, ਜਦੋਂ ਇੰਪਲੋਇਰ ਆਏ ਆ, ਮੈਂ ਪੁੱਛਿਆ ਲਾਇਸੈਂਸ ਹੈਗਾ ਜੀ ਤੁਹਾਡੇ ਕੋਲ? ਹਾਂ ਬਿਲਕੁਲ ਲਾਇਸੈਂਸ ਹੈਗਾ। ਮੈਂ ਕਿਹਾ ਕਿਹੜਾ? ਉਹ ਡਰਾਈਵਿੰਗ ਵਾਲਾ ਕੱਢ ਕੇ ਫੜਾਤਾ। ਮੈਂ ਕਿਹਾ UKVI Tier 2 ਵਾਲਾ ਨਹੀਂ, ਉਹ ਹੈਗਾ ਸਾਡੇ ਕੋਲ। ਜਦੋਂ ਮੈਂ ਦੇਖਿਆ ਤਾਂ ਉਹ ਕਿਹਾ ਆਹ ਦੇਖੋ ਰਜਿਸਟਰ ਹੋਈ ਕੰਪਨੀ ਜੀ। ਉਹ ਕੰਪਨੀ ਰਜਿਸਟ੍ਰੇਸ਼ਨ ਨਹੀਂ, ਉਹ ਇੱਕ ਸਪੈਸ਼ਲ ਲਾਇਸੈਂਸ ਹੈਗਾ ਆ ਜੋ ਹੋਮ ਆਫਿਸ ਤੋਂ ਮਿਲਦਾ ਆ। ਜਦੋਂ ਉਹ ਛਾਣਬੀਨ ਕਰਦੇ ਆ, ਜਾਂਚ ਪੜਤਾਲ ਕਰਦੇ ਆ, ਫਿਰ ਉਸ ਤੋਂ ਬਾਅਦ ਤੁਹਾਨੂੰ ਦੇਖਦੇ ਆ ਕਿ ਤੁਹਾਨੂੰ ਫੋਰਨ ਵਰਕਰ ਰੱਖਣ ਦੀ ਲੋੜ ਹੈਗੀ, ਤੁਹਾਨੂੰ ਕਿੰਨੇ ਵਰਕਰ ਰੱਖਣ ਦੀ ਇਜਾਜ਼ਤ ਦਿੱਤੀ ਜਾਊਗੀ, ਕਿਹੜੇ ਕਿਹੜੇ ਪੋਜੀਸ਼ਨਾਂ ਵਿੱਚ, ਅਤੇ ਤੁਹਾਨੂੰ ਕਿੰਨੀ ਸੈਲਰੀ ਦੇਣੀ ਪੈਣੀ ਆ। ਸੋ ਉਹ ਹੁੰਦਾ ਸਪੋਂਸਰ ਲਾਇਸੈਂਸ ਜੋ ਹੁੰਦਾ ਆ। ਉਹ ਹੁਣ ਆਪਾਂ ਐਸੇ ਹੀ ਕੰਮ 'ਚ ਬਿਜ਼ੀ ਰਹੇ ਆ ਪਿਛਲੇ 2-3 ਹਫ਼ਤਿਆਂ ਤੋਂ ਨਾ, ਇਸੇ ਹੀ ਕੰਮ 'ਚ ਆਪਾਂ ਕਰ ਰਹੇ ਹਾਂ ਸਪੋਂਸਰ ਲੋਕਾਂ ਦੇ। ਇਸ ਵੇਲੇ ਕਾਫੀ ਜੋ ਆਪਣੇ ਦੇਸੀ ਕੰਪਨੀਆਂ, ਮਤਲਬ ਕਿ ਜਿਨ੍ਹਾਂ ਦੀ ਦੇਸੀ ਕੰਪਨੀ ਮਤਲਬ ਇਹ ਨਹੀਂ ਕਿ ਬਿਲਕੁਲ ਉਹਨਾਂ ਦਾ ਤੌਰ ਤਰੀਕਾ ਦੇਸੀ, ਮਤਲਬ ਕੰਪਨੀਆਂ ਜਿਹੜੇ ਆਪਣੇ ਬੰਦੇ ਓਨ ਕਰਦੇ ਆ, ਉਹਨਾਂ ਕੋਲ ਲਾਇਸੈਂਸ ਹੈ ਨਹੀਂ, ਕਿਉਂਕਿ ਸਕੀਮ ਹੀ ਹੁਣ ਵਾਲੀ ਚੱਲੀ ਆ। ਪਹਿਲਾਂ ਸਵਿਚਿੰਗ ਅਲਾਊਡ ਹੀ ਨਹੀਂ ਸੀ ਇੱਦਾਂ। ਸੋ ਉਹਦੇ ਵਿੱਚ ਇਹਨਾਂ ਨੇ ਹੁਣ ਬੰਦਿਆਂ ਨੇ ਸ਼ੁਰੂ ਕੀਤਾ, ਸਾਡੇ ਜੋ ਕੰਪਨੀਆਂ ਨੇ ਸ਼ੁਰੂ ਕੀਤਾ। ਕਿਹੜੀ ਕੰਪਨੀਆਂ ਹੁੰਦੀਆਂ ਉਹਦੇ ਵਿੱਚ? ਕਾਫੀ ਕੰਪਨੀਆਂ ਹੁੰਦੀਆਂ, ਰੈਸਟੋਰੈਂਟਸ, ਹੋਟਲਸ, ਹੈਲਥ ਕੇਅਰ ਕੰਪਨੀਜ਼, ਵੇਅਰਹਾਊਸਿਸ, ਲੌਜਿਸਟਿਕਸ ਕੰਪਨੀਜ਼, ਟਰਾਂਸਪੋਰਟ ਕੰਪਨੀਜ਼, ਤਾਂ ਹੋਰ ਕਾਫੀ ਜੋ ਹੈਗੀਆਂ ਕੰਪਨੀਆਂ ਹੈਗੀਆਂ। ਬਿਗ ਸ਼ਾਪਸ ਜਿੱਦਾਂ ਗਰੋਸਰੀ ਸਟੋਰ ਹੁੰਦੇ ਆ, ਉਹਦੇ ਵਿੱਚ ਆਪਟੀਸ਼ੀਅਨਸ, ਡੈਂਟਿਸਟਸ, ਗਰਾਜ ਮਕੈਨਿਕ ਵਾਲੀਆਂ, ਇੰਜੀਨੀਅਰਿੰਗ ਫੈਕਟਰੀਆਂ, ਪਲਾਸਟਿਕਸ ਦੀ ਫੈਕਟਰੀ ਤਾਂ ਕੋਈ ਵੀ ਰੱਖ ਲਓ ਤੁਸੀਂ, ਉਹਦੇ ਵਿੱਚ ਅਪਲਾਈ ਕਰ ਸਕਦੀ ਹੈ। ਹੁਣ ਜੋ ਪੁਆਇੰਟਸ ਬੇਸ ਸਿਸਟਮ ਹੈਗਾ ਜੀ, ਉਹਦੇ ਵਿੱਚ ਇਹ ਰੂਲਸ ਆ ਕਿ ਜੇ ਆਪਾਂ ਕੋਈ ਵੀ ਫੋਰਨਰ ਨੂੰ ਆਪਾਂ ਕੰਮ 'ਤੇ ਰੱਖਣਾ ਜਾਂ ਬਾਹਰੋਂ ਮੰਗਵਾਉਣਾ, ਤਾਂ ਉਹਦੇ ਲਈ ਸਾਨੂੰ ਸਪੋਂਸਰ ਲਾਇਸੈਂਸ ਦੀ ਲੋੜ ਹੈਗੀ ਆ। ਤਾਂ ਉਹਨਾਂ ਨੂੰ ਸਪੋਂਸਰ ਕਰਕੇ ਫਿਰ ਇਹ ਦੇਖੋਗੇ ਕਿ ਉਹਨਾਂ ਨੂੰ ਵੀਜ਼ਾ ਦਿੱਤਾ ਜਾਊਗਾ ਜਾਂ ਨਹੀਂ। ਇਹ ਜੋ ਸਿਸਟਮ ਦਾ ਫਾਇਦਾ ਹੈਗਾ ਆ, ਇਹਦਾ ਫਾਇਦਾ ਬਹੁਤ ਸਾਡੇ ਸਟੂਡੈਂਟਾਂ ਨੂੰ ਮਿਲਿਆ। ਕਿਉਂ ਅੱਗੇ ਹੁੰਦਾ ਸੀਗਾ ਕਿ ਤੁਹਾਨੂੰ ਪੜ੍ਹਾਈ ਫਿਨਿਸ਼ ਕਰਕੇ ਨਾ ਤੁਸੀਂ ਸਵਿਚ ਕਰ ਸਕਦੇ ਸੀ ਵਰਕ ਪਰਮਿਟ ਦੇ ਵਿੱਚ, ਪਰ ਜਾਨੂੰ ਸਿਰਫ 3 ਮਹੀਨੇ ਰਹਿ ਜਾਂਦੇ ਸੀ ਵੀਜ਼ੇ 'ਤੇ। ਤਾਂ 3 ਮਹੀਨੇ ਵਿੱਚ ਨਾ ਕੋਈ ਸਪੋਂਸਰ ਲੱਭਦਾ ਸੀ ਜੀ, ਨਾ ਕਿਸੇ ਕੋਲ ਲਾਇਸੈਂਸ ਹੁੰਦਾ ਸੀ, ਤਾਂ ਨਾ ਹੀ PSW ਸੀਗਾ। ਹੁਣ ਇਹਦੇ 'ਚ ਇਹਨਾਂ ਨੇ ਇਹ ਕਰਤਾ ਜੀ ਕਿ ਤੁਸੀਂ ਜਦੋਂ ਮਰਜ਼ੀ ਸਵਿਚ ਕਰ ਸਕਦੇ ਆ। ਸਭ ਭਾਵੇਂ ਮੈਨੂੰ ਆਏ ਨੂੰ 4 ਮਹੀਨੇ ਹੋ ਗਏ ਹੋਣ, ਮੇਰਾ ਅਗਰ ਐਮਪਲੋਇਰ ਕੋਲ ਲਾਇਸੈਂਸ ਹੈਗਾ, ਉਹ ਵਰਕ ਪਰਮਿਟ ਕਢਾ ਦੂ ਮੇਰੇ ਲਈ, ਮੈਂ ਸਵਿਚ ਕਰ ਸਕਦਾ। ਤਾਂ ਜਿਸ ਵੇਲੇ ਤੁਹਾਨੂੰ ਵਰਕ ਪਰਮਿਟ ਮਿਲ ਗਿਆ, ਤੁਹਾਨੂੰ ਪੜ੍ਹਾਈ ਵੀ ਕੰਪਲੀਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹਦਾ ਫਾਇਦਾ ਇਹ ਹੋਗਾ। ਹੁਣ ਕਿਹੜੀ ਚੀਜ਼ ਫਾਇਦਾ ਹੋਗਾ, ਮੈਂ ਤੁਹਾਨੂੰ ਉਦਾਹਰਨ ਦਿੰਦਾ। ਸਾਡੀ ਜੋ ਕੁੜੀਆਂ ਹੈਗੀਆਂ ਉਹ ਕੰਮ ਕਰ ਰਹੀਆਂ ਸੀ ਹੈਲਥ ਵਰਕਰ ਦੀਆਂ, ਹੈਲਥ ਕੇਅਰ ਦੇ ਵਿੱਚ। ਸੋ ਉਹ ਆਪਣਾ 20 ਘੰਟਾ ਕੰਮ ਕਰ ਰਹੀਆਂ ਸੀ ਹਫ਼ਤੇ ਦੇ ਵਿੱਚ। ਉਹ ਕੰਮ ਉਹ ਲਾਈਕ ਕਰਦੀ ਸੀ, ਇੰਜੋਏ ਕਰਦੀਆਂ ਸੀ। ਅਤੇ ਉਹਦੇ ਵਿੱਚ ਜੀ ਜਦੋਂ ਇਹ ਖੁੱਲ੍ਹ ਗਿਆ ਜਨਵਰੀ ਦੇ ਵਿੱਚ ਕਿ ਸਵਿਚਿੰਗ ਕਰ ਸਕਦੇ ਹਾਂ, ਉਹਨਾਂ ਦੇ ਕੰਪਨੀਆਂ ਕੋਲ ਆਲਰੇਡੀ ਲਾਇਸੈਂਸਿਸ ਸੀਗੇ। ਉਹ ਵੇਟ ਕਰਦੇ ਸੀ ਕਿ ਇਹ ਡਿਗਰੀ ਇਹਨਾਂ ਦੀ ਖਤਮ ਹੋਵੇ, ਤਾਂ ਉਹ ਕਹਿੰਦੇ ਆਪਾਂ ਤਾਂ ਹੁਣ ਅਪਲਾਈ ਕਰਦੇ ਹਾਂ। ਤਾਂ ਉਹ ਜੀ ਕੁੜੀਆਂ ਆਈਆਂ, ਉਹਨਾਂ ਨੇ ਜਨਵਰੀ 'ਚ ਅਪਲਾਈ ਆਪਾਂ ਉਹਨਾਂ ਦਾ ਕਰਤਾ, ਉਹ ਫਰਵਰੀ 'ਚ ਵੀਜ਼ਾ ਲੈ ਵੀ ਗਈਆਂ, ਉਹ ਲੈ ਰਹੀਆਂ। ਉਹਨਾਂ ਨੂੰ ਬਹੁਤ ਫਾਇਦਾ ਹੋਇਆ। ਕਈ ਰੈਸਟੋਰੈਂਟ ਵਾਲਿਆਂ ਕੋਲ ਆਲਰੇਡੀ ਲਾਇਸੈਂਸ ਸੀਗਾ,
ਉਹਨਾਂ ਨੇ ਵੀ ਆਪਣੇ ਸਟੂਡੈਂਟਸ ਜੋ ਹੈਗੇ ਫੁੱਲ ਟਾਈਮ ਕਰਾ ਲਏ, ਉਹਨਾਂ ਨੂੰ ਬਹੁਤ ਫਾਇਦਾ ਹੋਇਆ। ਸੋ ਇਹਦੇ ਵਿੱਚ ਦੋ ਧਿਰ ਦਾ ਫਾਇਦਾ ਹੁੰਦਾ, ਇੱਕ ਤਾਂ ਸਟੂਡੈਂਟ ਨੂੰ ਫਾਇਦਾ ਹੈਗਾ ਕਿ ਉਹ ਫੁੱਲ ਟਾਈਮ ਫਿਰ ਕੰਮ ਕਰ ਸਕਦਾ, ਇੱਕ ਕੰਪਨੀ ਵਾਲੇ ਨੂੰ ਫਾਇਦਾ ਹੈਗਾ, ਉਹਨਾਂ ਨੂੰ ਫੁੱਲ ਟਾਈਮ EMPLOYE ਮਿਲ ਜਾਂਦਾ 5 ਸਾਲ ਲਈ ਜੋ ਬੰਦ ਹੋ ਜਾਂਦਾ ਆ। ਸੋ ਇੱਕ ਦੂਜੇ ਦਾ ਫਾਇਦਾ ਆਪਾਂ ਕਰ ਸਕਦੇ ਹਾਂ ਇਹਦੇ ਵਿੱਚ। ਜੇ ਤੁਹਾਡੇ ਕੋਲ EMPLOYER ਹੈਗਾ ਪਰ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਫਿਰ ਆਪਾਂ ਕੱਲ੍ਹ ਹੀ ਬੈਠੇ ਹਾਂ, ਆਪਾਂ ਸਾਰੀ ਦਿਹਾੜੀ ਆਹੀ ਕੰਮ ਕਰਾਈਦਾ, ਲਾਇਸੈਂਸ ਹੀ ਦਵਾਈਦੇ ਆ। ਉਹਦੇ ਵਿੱਚ ਕਾਫੀ ਕਾਗਜ਼ ਲੱਗਦੇ, ਨਾਲ ਕਾਫੀ ਉਹਦੀ ਐਪਲੀਕੇਸ਼ਨ ਹੁੰਦੀ, ਇੰਟਰਵਿਊ 'ਚ ਵੀ ਤਿਆਰੀ ਕਰਨੀ ਪੈਂਦੀ ਆ ਕਿ ਕੀ ਨਾ ਬਣਾ, ਪਰ ਹਾਂ ਆਪਾਂ ਆਹੀ ਕੰਮ ਕਰਾਈਦਾ। ਸੋ ਅਪਲਾਈ ਫॉर ਲਾਇਸੈਂਸਿਸ। ਜੇ ਤੁਸੀਂ ਸਟੂਡੈਂਟਸ ਆ ਤਾਂ ਤੁਸੀਂ ਆਪਣੇ EMPLOYERS ਨੂੰ ਕਹੋ ਕਿ ਲਾਇਸੈਂਸਿਸ ਤੁਸੀਂ ਅਪਲਾਈ ਕਰੋ, ਉਹ ਬਹੁਤ ਲਾਜ਼ਮੀ ਆ। ਹਜੇ ਤੱਕ ਤਾਂ ਲਾਇਸੈਂਸਿਸ ਬਹੁਤ ਘੱਟ ਆ ਲੋਕਾਂ ਕੋਲ, ਪਰ ਸਤੰਬਰ ਅਕਤੂਬਰ ਹੋਣਾ ਬਹੁਤ ਲਾਇਸੈਂਸਿਸ ਹੋ ਜਾਣੇ ਆ। ਤਾਂ PSW ਦੇ ਦੌਰਾਨ ਵੀ ਆਪਾਂ ਸਵਿਚ ਕਰ ਸਕਦੇ ਹਾਂ ਵਰਕ ਪਰਮਿਟ ਦੇ ਵਿੱਚ। PSW 'ਚ ਇਹਨਾਂ ਨੇ ਇੱਕ ਚੀਜ਼ ਕਹੀ ਆ ਜੀ ਕਿ ਆਪਾਂ ਜੇ ਤੁਹਾਨੂੰ PSW ਮਿਲ ਗਿਆ ਨਾ ਤਾਂ ਤੁਸੀਂ ਬਾਹਰੋਂ ਡਿਪੈਂਡੈਂਟ ਨਹੀਂ ਮੰਗਾ ਸਕਦੇ, ਤੁਸੀਂ ਡਿਪੈਂਡੈਂਟ ਉਹੀ ਰੱਖ ਸਕਦੇ ਜਿਹੜੇ ਤੁਹਾਡੇ ਨਾਲ ਸਟੂਡੈਂਟ ਦੇ ਤੌਰ 'ਤੇ ਆਇਓ ਸੀ। ਸੋ ਮਤਲਬ ਜੇ ਮੈਂ ਡਿਗਰੀ ਇੱਥੋਂ ਕਰ ਲਈ ਬੈਚਲਰਸ ਅਤੇ ਮੈਨੂੰ PSW ਮਿਲ ਗਿਆ 2 ਸਾਲ ਦਾ, ਮੈਂ PSW 'ਚ ਜਾ ਕੇ ਜੀ ਵਿਆਹ ਕਰਿਆ ਨਾ ਇੰਡੀਆ, ਤਾਂ ਮੇਰੀ ਵਹੁਟੀ ਨਾਲ ਨਹੀਂ ਆ ਸਕਦੀ। ਸੋ ਇਹ ਥੋੜ੍ਹਾ ਜਿਹਾ ਖਿਆਲ ਰੱਖਿਓ। ਔਰ ਇੰਡੀਆ ਵਾਲਿਆਂ ਨਾਲ ਵੀ ਕਾਫੀ ਧੋਖੇ ਹੋਣੇ ਆ ਇਸ ਚੀਜ਼ ਦੇ। ਲੋਕਾਂ ਨੇ PSW ਦਾ ਵੀਜ਼ਾ ਲੈ ਕੇ ਆਉਣਾ ਤਾਂ ਕਹਿਣਾ ਜੀ ਵਿਆਹ ਕਰ ਦਿਓ, ਤਾਂ ਫਿਰ ਦੱਸਣਾ ਉਹ ਮੈਂ ਤਾਂ 2 ਸਾਲ ਮੰਗਾ ਨਹੀਂ ਸਕਦਾ, ਤਾਂ ਤੁਹਾਡੀ ਲੜਕੀ ਬੈਠੀ ਰਹੂ ਜਾਂ ਲੜਕਾ ਬੈਠਾ ਰਹੂ 2 ਸਾਲ। ਸੋ ਇਹ ਹੁਣ ਬਚ ਕੇ ਥੋੜ੍ਹਾ ਜਿਹਾ ਰਹੋ, ਪੁੱਛ ਲਿਓ, ਦੇਖ ਲਿਓ ਕਿ ਵੀਜ਼ਾ ਕਿਹੜਾ ਹੈਗਾ ਕਿ। ਸੋ ਇਹਨਾਂ ਨੇ ਆਹ ਕਿਹਾ ਹੈ ਜਿਹੜੇ ਡਿਪੈਂਡੈਂਟ ਨਾਲ ਆਏ ਹੋ ਸਟੂਡੈਂਟ ਦੇ ਇਸ ਵੇਲੇ ਉਹ PSW ਦੇ ਡਿਪੈਂਡੈਂਟ ਬਣ ਸਕਦੇ ਹੈਗੇ, ਸਵਿਚ ਹੈਗੇ ਆ। ਦੈਟਸ ਉਹਨਾਂ ਨੇ ਇਹ ਕਿਹਾ ਹੈਗਾ ਹੈ ਜੀ ਕਿ ਉਹਦੇ ਦੇ ਵਿੱਚ ਸੋ ਦਿਸ ਇਜ਼ ਦ ਰੂਟ ਹੈਗੀ ਆ ਜੋ ਇਹਨਾਂ ਨੇ ਕੀਤੀ ਹੈਗੀ ਆ, ਸੈਟ ਆਊਟ ਕੀਤੀ ਹੈਗੀ ਆ। ਐਂਡ ਦੈਟਸ ਜੋ ਹੈਗੀ ਹੈ ਫਾਇਦਾ ਹੀ ਹੈ ਜੀ ਇੱਕ ਕਿਸਮ ਦਾ। ਇਹ ਲੋਕਾਂ ਨੂੰ ਬਹੁਤ ਫਾਇਦਾ ਹੋ ਗਿਆ ਜੀ ਇਹਦੇ ਵਿੱਚ, ਅਤੇ ਇਟਸ ਗੁੱਡ ਕਿ ਇਟਸ ਇਨਕਰੇਜਿੰਗ ਸਟੂਡੈਂਟਸ ਟੂ ਕਮ ਹੇਅਰ। ਬਟ ਫਿਰ ਵੀ PSW ਪੱਕੇ ਹੋਣ ਦਾ ਕੋਈ ਰੂਟ ਹੈ ਨਹੀਂ। ਪੱਕਾ ਜੀ ਹੋਣ ਦੇ ਰੂਟ ਹੈਗੇ ਆ ਜੋ ਮੈਂ ਤੁਹਾਨੂੰ ਦੱਸਿਆ, ਸਕਿਲਡ ਵਰਕਰ ਦੇ ਥੱਲੇ ਜਾਂ ਵਿਆਹ ਦੇ ਜਿਹੜੇ ਰੂਟ ਹੈਗੇ ਆ। ਈਵਨ ਲੋਕ ਕਹਿੰਦੇ ਭਾਜੀ ਅਸੀਂ ਕੱਚੇ ਰਹਿ ਕੇ ਬੇਬੀ ਕਰ ਲਈਏ ਪੱਕੇ ਹੋ ਜੂਗੇ 5 ਸਾਲਾਂ ਬਾਅਦ। ਪੱਕੇ ਨਹੀਂ ਹੁੰਦੇ ਜੀ। ਜਿਹੜੇ ਤੁਹਾਨੂੰ ਕਹਿ ਰਹੇ ਆ ਨਾ ਕਿ ਆਪਾਂ ਪੱਕੇ ਹੋ ਗਏ ਨਿਆਣੇ ਦੇ ਬੇਸ 'ਤੇ, ਉਹ ਪੱਕੇ ਨਹੀਂ ਹੋਏ। ਇਹਨਾਂ ਨੂੰ ਵੀਜ਼ੇ ਮਿਲੇ 2.5 ਸਾਲ ਦੇ, ਤਾਂ ਉਹ 4 ਵਾਰੀ ਲਾਉਣੇ ਪੈਂਦੇ ਆ ਜੀ, ਉਸ ਤੋਂ ਬਾਅਦ ਪੱਕੇ ਹੋਣਗੇ। ਸੋ ਜੇ ਤੁਸੀਂ ਹਸਬੈਂਡ ਵਾਈਫ ਇੱਥੇ ਆਉਣੇ ਵੀ ਆ ਜੀ ਐਜ਼ ਅ ਸਟੂਡੈਂਟ, ਤਾਂ ਸਾਲ ਬਾਅਦ ਤੁਹਾਡੇ ਨਿਆਣਾ ਹੁੰਦਾ, ਤਾਂ ਮੇਰਾ ਖਿਆਲ ਸਾਲ ਤਾਂ ਲੱਗੇ ਹੀ ਜਾਂਦਾ ਜਿੱਥੇ ਤੱਕ ਮੇਰੀ ਯਾਦਦਾਸ਼ਤ ਆ। ਅਤੇ 5 ਸਾਲ ਫਿਰ ਨਿਆਣੇ ਦਾ ਹੋਊਗਾ, 6 ਉਹ ਹੋ ਗਏ, ਤਾਂ ਫਿਰ ਤੁਹਾਨੂੰ 2.5 ਸਾਲ ਦੇ ਵੀਜ਼ੇ ਮਿਲੂਗੇ, ਉਹ 4 ਮਿਲਣੇ ਆ। ਐਕਚੁਅਲੀ 16 ਸਾਲ ਬਾਅਦ ਤੁਸੀਂ ਪੱਕੇ ਹੁੰਦੇ ਆ, ਇੰਡੈਫੀਨਿਟ ਮਿਲਦੀ ਆ। ਹਾਂ ਇਹ ਆ ਕਿ 6 ਸਾਲ ਬਾਅਦ ਤੁਹਾਨੂੰ ਵੀਜ਼ਾ ਜ਼ਰੂਰ ਮਿਲ ਜਾਂਦਾ ਹੈਗਾ। ਸੋ ਉਹਦੇ ਵਿੱਚ ਇਹ ਚੀਜ਼ ਹੈ। ਇੱਕ ਬਹੁਤ ਹੋਰ ਵੱਡੀ ਅਫਵਾਹ ਆ। ਅਫਵਾਹ ਇਹ ਆ ਜੀ ਜਦੋਂ ਨਿਆਣਾ ਹੋ ਗਿਆ ਜੀ ਤੁਹਾਨੂੰ ਕੋਈ ਕੱਢ ਨਹੀਂ ਸਕਦਾ, ਕੋਈ ਗੱਲ ਨਹੀਂ। ਇਹ ਕਈ ਲੋਕਾਂ ਨੇ ਆ ਕੇ ਮੈਨੂੰ ਕਿਹਾ ਕਿ ਆਪਾਂ ਇਹ ਗੱਲ ਸੁਣੀ ਆ, ਸਹੀ ਆ ਜੀ? ਬਿਲਕੁਲ ਗੱਲ ਗਲਤ ਆ। ਮੈਂ ਕਿਹਾ ਕਿਹਨੇ ਦੱਸਿਆ? ਕਹਿੰਦਾ ਜੇ ਉਹ ਵੀ ਕੱਚੇ ਹੀ ਆ, ਉਹਨਾਂ ਦੇ ਨਿਆਣੇ ਆ। ਮੈਂ ਕਿਹਾ ਉਹ ਰਹਿੰਦੇ ਕਿੱਦਾਂ? ਕਹਿੰਦਾ ਭਾਈ ਰਹਿੰਦੇ ਤਾਂ ਉਹ ਵੀ ਲੁੱਕ ਕੇ ਆ। ਮੈਂ ਕਿਹਾ ਜੇ ਉਹਨਾਂ ਨੂੰ ਡਰ ਨਹੀਂ ਤਾਂ ਫਿਰ 4 ਕਮੱਗੇ ਕੱਢੇ ਉਹਨੂੰ ਇਮੀਗ੍ਰੇਸ਼ਨ ਦੇ ਮੂਹਰੇ, ਜਾਂ ਮੈਂ ਅੱਜ ਛੱਡ ਜਾਂਦਾ ਉਹਨਾਂ ਨੂੰ ਪ੍ਰੀਤੀ ਪਟੇਲ ਦੇ ਘਰ ਮੂਹਰੇ 4 ਗਾਲਾਂ ਕੱਢੇ ਹੁਣ ਉੱਥੇ, ਤਾਂ ਦੇਖਦੇ ਆ ਕਿ ਇੰਡੀਆ ਭੇਜਦੇ ਆ ਜਾਂ ਕਿੱਥੇ ਭੇਜਦੇ ਆ ਜਾਂ ਨਹੀਂ। ਤਾਂ ਮੈਂ ਕਿਹਾ ਆਪ ਤਾਂ ਲੁੱਕ ਕੇ ਰਹਿੰਦੇ ਆ। ਮੈਂ ਕਿਹਾ ਇਹ ਤੁਹਾਨੂੰ ਕਰਦੇ ਮਿਸਗਾਈਡ। ਤੁਸੀਂ ਇੱਕ ਦੂਜੇ ਨੂੰ ਇੰਨਾ ਮਿਸਗਾਈਡ ਕਰਦੇ ਆ ਨਾ, ਇੱਕ ਦੂਜੇ ਦੇ ਵੈਰੀ ਇੰਨੇ ਆ, ਮੈਂ ਕਦੇ ਸ਼ਾਇਦ ਕਿਤੇ ਦੇਖਿਆ ਨਹੀਂ। ਔਰ ਆਪਾਂ ਜੇ ਲੀਗਲ ਸੋਲੂਸ਼ਨ ਦਾ ਸ਼ੋਅ ਵੀ ਦੇਖੀਏ, ਇਹਦਾ ਇਤਿਹਾਸ ਵੀ ਦੇਖੀਏ, ਤਾਂ ਤੁਹਾਡੀ ਆ ਮਿਸਗਾਈਡੈਂਸ ਇੱਕ ਦੂਜੇ ਨਾਲ ਕਰਕੇ ਇੰਨੇ ਪ੍ਰੋਬਲਮ ਪੈਂਦੇ ਆ। ਇਹਨੂੰ ਮੈਂ ਸਮਝਦਾ ਜੀ ਅੰਨੇ ਨੂੰ ਖਿੱਚੀ ਫਿਰਦਾ। ਜਿਹਦੇ ਖੁਦ ਵੀਜ਼ੇ ਨਹੀਂ ਲੱਗੇ ਉਹ ਦੂਜਿਆਂ ਨੂੰ ਸਲਾਹਾਂ ਦੇਣ ਡੇ ਹੋ, ਔਰ ਕੋਈ ਅਕਲਮੰਦ ਦੀ ਸਲਾਹ ਨਹੀਂ ਦੇ ਰਹੇ, ਉਹ ਖੁੰਨਸ ਵਿੱਚ ਦੇ ਰਹੇ ਆ ਕਿ ਜੀ ਇਹ ਉਹਨਾਂ ਤੋਂ ਹਜਮ ਨਹੀਂ ਹੁੰਦਾ ਕਿ ਇਹ ਬੰਦੇ ਕੋਲ ਵੀਜ਼ਾ ਕਿਉਂ ਆ, ਇਹ ਕਿਉਂ ਨਹੀਂ ਫੜ ਹੋਇਆ, ਇਹ ਕਿਉਂ ਨਹੀਂ 2-3 ਵਾਰੀ ਵਕੀਲਾਂ ਨੂੰ ਪੈਸੇ ਦੇ ਕੇ ਆਇਆ, ਇਹਦੀ ਚੰਮ ਕਿਉਂ ਨਹੀਂ ਲਹੀ। ਇਹ ਆਨੇ ਵਾਲਾ ਥੈਂ ਨੂੰ ਕਰੀਏ ਤਾਂ ਬਾਅਦ 'ਚ ਇਹਨੂੰ ਮਿਹਣਾ ਮਾਰੀਏ ਕਿ ਕਿੱਦਾਂ ਕਰ ਲਈਆਂ ਪੜ੍ਹਾਈਆਂ, ਬਣ ਗਿਆ ਸਟੂਡੈਂਟ, ਆ ਗਿਆ ਵਰਕ ਪਰਮਿਟ 'ਤੇ, ਆ ਆਪਣਾ ਨੇਚਰ ਜੋ ਹੈਗਾ ਲੱਤਾਂ ਖਿੱਚਣ ਵਾਲਾ। ਸੋ ਇਹਦੇ ਵਿੱਚ ਮੈਂ ਹੀ ਕਹਿੰਦਾ ਹੁੰਦਾ ਜਿਸ ਕਾ ਕੰਮ ਉਸੀ ਕੋ ਸਾਜੇ, ਹੈ ਨਾ। ਤਾਂ ਉਹਦੇ ਕੋਲ ਆਪਾਂ ਤੁਸੀਂ ਜੋ ਹੈਗਾ ਜੋ ਵੀ ਕਦਮ ਕਰਨਾ ਜੀ ਸੋਚ ਸਮਝ ਕੇ ਕਰਿਓ,
ਤੇ ਜੋ ਕਾਨੂੰਨ ਦੇ ਵਿੱਚ ਹੈ ਜੀ ਉਸ ਹਿਸਾਬ ਨਾਲ ਦੇਖੋ ਉਹਨੂੰ ਮੰਨਿਆ ਜਾਵੇ। ਜਿਨ੍ਹਾਂ ਨੇ ਵੀਜ਼ਾ ਦੇਣਾ ਸ਼ਾਇਦ ਉਹਨਾਂ ਦੀ ਮੰਨ ਲਈਏ, ਬੈਟਰ ਨਾ ਰਹੂਗਾ ਰਾਵ ਦਿਨ ਆਪਣੇ ਬਹਿ ਕੇ ਆਪਾਂ ਕਾਨੂੰਨ ਬਣਾਈਏ। ਇੱਕ ਹੋਰ ਬੜੇ ਸੁਣਦਾ ਜੀ ਪਿਛਲੇ 15 ਸਾਲਾਂ ਤੋਂ ਕਿ ਜੀ ਪੱਕੇ ਕਰ ਦੇਣੇ ਆ, ਪੱਕੇ ਕਰ ਦੇਣੇ ਆ, ਪੱਕੇ ਕਰ ਦੇਣੇ ਆ। ਹੁਣ ਆਪਾਂ ਤੁਸੀਂ 13-14 ਸਾਲ ਹੋ ਗਏ ਆ ਸ਼ੋਅ ਚੱਲਦੇ ਨੂੰ, ਕਿੰਨਾ ਸੁਣਦੇ ਆ, ਹਰ ਸਾਲ ਸੁਣਦੇ ਆ। ਆਪਾਂ ਦੇਖੇ ਤਾਂ ਹੈ ਨਹੀਂ ਜੀ। ਪਹਿਲਾਂ ਕਹਿੰਦੇ ਸੀ ਓਲੰਪਿਕ ਹੋਣੇ ਜੀ, ਪੱਕੇ ਕਰ ਦੇਣੇ ਆ। ਓਲੰਪਿਕ ਤਾਂ ਇਮੀਗ੍ਰੇਸ਼ਨ ਦਾ ਕੀ ਸੰਬੰਧ? ਫਿਰ ਕ੍ਰਿਕਟ ਵਰਲਡ ਕੱਪ ਜੀ ਪੱਕੇ ਹੋ ਜਾਣੇ ਆ, ਪੱਕੇ ਹੋ ਜਾਣੇ। ਫਿਰ ਜੀ ਬੋਰਿਸ ਆ ਗਿਆ, ਹੁਣ ਪੱਕੇ ਕਰ ਦੇਣੇ ਆ। ਉਹ ਪ੍ਰੀਤੀ ਆ ਗਈ, ਹੁਣ ਰਿਸ਼ੀ ਆ ਗਈ, ਰਿਸ਼ੀ ਆ ਗਿਆ, ਉਹ ਤਾਂ ਪੰਜਾਬੀ ਹੁਣ ਪੱਕੇ ਕਰ ਦੇਣੇ। ਕਿ ਉਹ ਤਾਂ ਚਾਂਸਲਰ ਆ, ਉਹਦਾ ਤਾਂ ਪੱਕੇ, ਉਹ ਤਾਂ ਹੋਮ ਆਫਿਸ ਦਾ ਕੁਛ ਕਹਿ ਨਹੀਂ ਸਕਦਾ। ਤਾਂ ਪ੍ਰੀਤੀ ਤਾਂ ਭੇਜਣ ਦੁਆਲੇ ਹੋਈ ਆ, ਉਹ ਤਾਂ ਕਹਿੰਦੀ ਭੇਜੋ। ਹੁਣ ਤਾਂ ਕਦੇ ਕਿਹਾ ਨਹੀਂ ਕਿ ਤੁਹਾਨੂੰ ਪੱਕੇ ਕਰੂੰਗੀ। ਬਸ ਉਹ ਟਿਕਟੋਕਾਂ ਬਹਿ ਕੇ ਆਪਣੇ ਸੰਗਤਾਂ ਇੱਕ ਦੂਜੇ ਨੂੰ ਤਸੱਲੀ ਦੇਈ ਜਾਂਦੇ ਝੂਠੇ ਦਿਲਾਸੇ ਕਿ ਜੀ ਆਹ ਕਰੋ, ਆਹ ਕਰੋ। ਆਹ ਮੈਂ ਦੇਖੀ ਪਟੀਸ਼ਨ ਦੀ, ਇੱਦਾਂ ਦੀਆਂ 20 ਪਟੀਸ਼ਨਾਂ ਆ ਔਨਲਾਈਨ। ਤੁਸੀਂ ਇਲੀਗਲ ਇਮੀਗ੍ਰੈਂਟ ਐਮਨੈਸਟੀ ਪਟੀਸ਼ਨ ਟਾਈਪ ਕਰੋਗੇ ਨਾ, ਗੂਗਲ 'ਤੇ 12 ਤੋਂ ਪਹਿਲਾਂ ਪੇਜ 'ਤੇ ਆਊਗੀਆਂ, ਜਿਹੜੀਆਂ ਲੱਗ ਕੇ ਬੰਦ ਵੀ ਹੋ ਗਈਆਂ। ਬਸ ਇਹੀ ਇੱਕ ਦੂਜੇ ਨੂੰ ਝੂਠੇ ਦਿਲਾਸੇ ਕਿ ਜੀ ਆਹ ਕਰੋ, ਆਹ ਕਰੋ। ਉਹ ਲੋਕਾਂ ਦੀ ਆਸ ਵੱਧ ਜਾਂਦੀ ਆ, ਜੋ ਪਲਾਨ ਹੁੰਦੀ ਆ ਜਾਨੂੰ ਉਹ ਸਮਾਂ ਕਰਦੇ ਕਰਦੇ ਆ ਜੀ ਪੱਕੇ ਹੁੰਦੇ ਹੁੰਦੇ ਤਾਂ 15 ਸਾਲ ਤਾਂ ਮੈਂ ਦੇਖ ਲਏ, ਤੁਸੀਂ ਪਤਾ ਨਹੀਂ ਕਿੰਨੇ ਕੁ ਦੇਖੇ ਆ। ਫਿਰ ਬਾਅਦ 'ਚ ਪਤਾ ਕੀ ਚੱਲ 20 ਬਾਅਦ ਤਾਂ ਹੋ ਹੀ ਜਾਣਾ, ਕਿ ਉਹ ਤਾਂ ਪਹਿਲਾਂ ਪਤਾ ਸੀ ਸਾਨੂੰ ਕਿ 20 ਬਾਅਦ। ਉਹ ਤਾਂ ਭਾਜੀ ਹਰ ਹਫਤੇ ਦੱਸਦਾ, ਉਹ ਤਾਂ ਨਿਆਣਿਆਂ ਨੂੰ ਵੀ ਪਤਾ ਹੁਣ। ਸੋ ਪਲੀਜ਼ ਇੱਕ ਦੂਜੇ ਨੂੰ ਝੂਠੀ ਤਸੱਲੀਆਂ ਨਾ ਦਿਓ, ਕਿਸੇ ਨੂੰ ਆਪਣੀ ਲਾਈਫ ਪਲਾਨ ਕਰ ਲੈਣ ਦਿਓ। ਸੱਚ ਬੋਲੋ, ਸੱਚ ਨਾਲ ਅਲਰਜੀ ਨਾ ਰੱਖੋ। ਹੈਂ, ਇੱਦਾਂ ਨਹੀਂ ਕਰੀਦਾ, ਨਾਈਸ ਨਹੀਂ ਲੱਗਦਾ। ਜਦੋਂ ਤੁਸੀਂ ਇੱਕ ਦੂਜੇ ਦੀ ਲੱਤਾਂ ਖਿੱਚਦੇ ਆ ਨਾ ਇੱਕ ਦੂਜੇ ਦੀ, ਤੁਸੀਂ ਇਹੀ ਝੂਠੇ ਆਸਾਂ ਵਿੱਚ ਨਾ ਮੁੰਡੇ ਕੁੜੀਆਂ ਸਾਡੀਆਂ 45 ਦੀਆਂ 50 ਸਾਲ ਦੇ ਹੋ ਗਏ, ਉਹਨਾਂ ਦੇ ਵਿਆਹ ਨਹੀਂ ਹੋਏ, ਨਾ ਬੱਚੇ ਹੋਏ, ਗਧੇ ਆਂਗਰ ਬਸ ਕੰਮ ਕਰਕੇ ਪਿੱਛੇ ਭੇਜੀ ਜਾਂਦੇ ਪੈਸੇ। ਉਹ ਵੀ ਸ਼ੱਕੀ ਜਨਤਾ, ਜਦੋਂ ਉਹਨਾਂ ਨੂੰ ਪੁੱਛੀਦਾ ਭਾਈ ਤੁਹਾਡੇ ਕੋਲ ਕੀ ਆ, ਕਹਿੰਦਾ ਭਾਈ ਮੈਂ ਤਾਂ 45 ਦਾ ਹੋ ਗਿਆ, ਨਾ ਕੋਈ ਨਿਆਣਾ, ਨਾ ਕੋਈ ਅੱਗੇ, ਨਾ ਕੋਈ ਪਿੱਛੇ। ਮੈਂ ਕਿਹਾ 20 ਸਾਲਾਂ ਨੂੰ ਪਟਾਕਾ ਪੈ ਜਾਣਾ ਵੈਸੇ ਵੀ। ਯਾਨੀ ਉਹਨਾਂ ਦੇ ਮਨ 'ਚ ਇੰਨੀ ਝੂਠੀ ਉਮੀਦ ਭਰੀ ਹੋਈ ਆ ਨਾ ਕਿ ਆਪਾਂ ਹਜੇ ਵੀ ਪੱਕੇ ਹੋਵਾਂਗੇ, 21 ਸਾਲ ਦੀ ਕੁੜੀ ਨਾਲ ਵਿਆਹ ਕਰਾਂਗੇ, ਸਾਡੇ ਨਿਆਣੇ ਹੋਊਗੇ। ਕਈ ਤਾਂ ਵਿਚਾਰੇ ਇੱਥੇ ਆਇਓ ਛੜੇ ਹੀ ਮਰ ਗਏ, ਫੌਜੀ ਬਹੁਤ ਛੜੇ ਮਰੇ ਆ, ਤਾਂ ਉਹਨਾਂ ਦੇ ਕੋਈ ਅੱਗੇ ਨਾ ਕੋਈ ਪਿੱਛੇ। ਆ ਪੈਸੇ ਫਿਰ ਲੈ ਲਿਓ, ਫਿਰ ਜਿੱਥੇ ਲੈ ਹੁੰਦੇ ਆ ਇੱਕੋ ਹੀ ਜਗ੍ਹਾ ਫਿਰ ਵੜਦੇ ਪੈਸੇ ਵੀ, ਉਸ ਤੁਹਾਨੂੰ ਪਤਾ ਹੀ ਆ। ਚਲੋ ਫਿਰ ਤੁਸੀਂ ਆਪਣੀਆਂ ਜਗ੍ਹਾ ਦੇਖੋ, ਮੈਂ ਤੁਹਾਨੂੰ ਮਿਲਦਾ ਫਿਰ ਬ੍ਰੇਕ ਤੋਂ ਬਾਅਦ। कड़क है स्वाद भी, चाय भी। गिरनार केसरी टी। जिंदगी के खास पल गुड लीफ चाय के साथ प्यार से चुने खास असम का स्वाद। गुड लीफ चाय, असम की खुशबूदार चाय पत्ती। सिर्फ 1 मिनट में तैयार घर जैसी चाय। मुक्ति चाय, इंडिया की चाय का असली स्वाद। Do you ever think of what your skin goes through every day? Dove Men Plus Care protects and cares for your skin with triple action moisturizer. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਬੈਕ। ਮਿੰਟ ਰਹਿ ਗਏ ਸਾਡੇ ਕੋਲ ਤਕਰੀਬਨ 10, ਸ਼ਾਇਦ 10 ਤੋਂ ਵੀ ਘੱਟ, ਤਾਂ ਆਪਾਂ ਤੁਹਾਡੇ ਮੈਸੇਜ ਪੜ੍ਹ ਦਈਏ। ਹਾਈ ਹਰਜਾਬ, ਕੈਨ ਯੂ ਵਿਸ਼ ਕਿਰਪਾਲ ਐਂਡ ਸਰਬਜੀਤ ਫਰਮ ਕੋਵੈਂਟਰੀ ਹੈਪੀ 30th ਵੈਡਿੰਗ ਐਨੀਵਰਸਰੀ। ਸੋ ਹਾਂਜੀ ਕਿਰਪਾਲ ਐਂਡ ਸਰਬਜੀਤ, ਹੈਪੀ ਜੀ 30ਵਾਂ ਤੁਹਾਨੂੰ ਸਾਲਗਿਰਾ ਵਿਆਹ ਦਾ, ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ।
ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਤੁਸੀਂ? ਮੀ ਐਂਡ ਮਾਈ ਫੈਮਿਲੀ ਵਾਚ ਯੋਰ ਸ਼ੋ ਐਵਰੀ ਵੀਕ। ਬਹੁਤ ਵਧੀਆ, ਤੁਸੀਂ ਬਹੁਤ ਅੱਛੀ ਐਕਸਪਲੇਨ ਕਰਦੇ ਆ। ਪਰ ਇੱਕ ਚੀਜ਼ ਬੇਨਤੀ ਹੈ ਜੀ, ਜੋ ਤੁਹਾਡੇ ਫੇਸ ਦੇ ਬੈਕ ਸਾਈਡ 'ਤੇ ਆ ਗਲਾਸ ਹੈਗਾ, ਉਹਦੇ ਵਿੱਚ ਲਾਈਟ ਜ਼ਿਆਦਾ ਆਉਂਦੀ ਤੁਹਾਡੇ ਫੇਸ 'ਤੇ। ਚਲੋ ਆਪਾਂ ਗੋਰੇ ਬਣ ਜਾਂਦੇ ਹਾਂ, ਲਿਖੋ ਇੰਨੀ ਵਧੀਆ ਲਿਸ਼ਕਦੀ ਆ ਲਾਈਟ। ਹਾਂ, ਕਾਲਾ ਦਿਸੋਂ ਫਿਰ ਚੰਗਾ ਲੱਗਦਾ। ਇੱਕ ਮੋਰ ਥਿੰਗ ਭਾਜੀ, ਆਪਾਂ ਨਵੇਂ ਸ਼ਹਿਰ ਤੋਂ ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਨਾਲੇ ਤੁਸੀਂ ਕਿ ਦੇਖਿਆ ਗਲਾਸ ਜੋ ਪਿੱਛੇ ਹੈਗਾ। ਅਤੁਲ ਦਾ ਮੈਸੇਜ ਆਇਆ, ਕਹਿੰਦਾ ਭਾਈ ਪ੍ਰੀਤੀ ਪਟੇਲ ਦੀ ਬੱਸ ਨਹੀਂ ਚੱਲਦਾ, ਨਹੀਂ ਤਾਂ ਉਹ ਤਾਂ ਬ੍ਰਿਟਿਸ਼ ਪਾਸਪੋਰਟ ਵਾਲਿਆਂ ਨੂੰ ਵੀ ਡਿਪੋਰਟ ਕਰਾ ਦੇ। ਹੈ ਹੀ ਕੋਈ ਇੱਦਾਂ ਦਾ ਹੀ ਸਿਲਸਿਲਾ ਆ ਜੀ। ਹੋਰ ਆਪਾਂ ਉਹ ਆਪਾਂ ਮੈਂ ਨਿੱਜੀ ਤੌਰ 'ਤੇ ਦੱਸਣ ਲੱਗਾ, ਆਪਾਂ ਪਤਾ ਕੀ ਆ, ਜਦੋਂ ਡੋਰ ਖੁੱਲ੍ਹੀ ਹੁੰਦੀ ਹੈ ਨਾ ਤਾਂ ਆਪਾਂ ਵੜ ਜਾਈਦਾ ਵਿੱਚੋਂ, ਪਰ ਜਿਹੜੇ ਦੂਜਾ ਬੰਦਾ ਪਿੱਛੇ ਆਉਂਦਾ ਉਹਦੇ ਲਈ ਬੰਦ ਕਰ ਦਈਦੀ ਆ। ਇਹ ਆਦਤ ਹੈ ਆਪਣੀ, ਇਹ ਆਦਤ ਆ, ਇਹ ਖੂਨ 'ਚ ਹੀ ਆ ਕੁਛ, ਸਮਝੋ ਕਿ ਆਪਾਂ ਫਾਇਦਾ ਚੀਜ਼ ਉਠਾਉਣੀ ਤੇ ਦੂਜਿਆਂ ਨੂੰ ਚਾਹੁੰਦਾ ਕਿ ਉਹ ਦੂਜੇ ਦੀ ਨਹੀਂ ਮਦਦ ਕਰਨੀ, ਕਿ ਜੀ ਉਹਦੇ ਲਈ ਦਰਵਾਜ਼ਾ ਬੰਦ ਰਵੇ। ਇਹ ਹੁਣ ਕੀ ਕਰੀਏ, ਇਹਦੇ 'ਚ ਖੂਨ ਥੋੜ੍ਹੀ ਬਦਲ ਸਕਦਾ ਸਾਡਾ, ਨਸਲਾਂ ਨਹੀਂ ਬਦਲਦੀਆਂ ਸਾਡੀਆਂ, ਪਾਸਪੋਰਟ ਦੇ ਰੰਗ ਬਦਲਦੇ ਆ। ਹੁਣ ਤਾਂ ਪਾਸਪੋਰਟ ਦਾ ਰੰਗ ਵੀ ਨਹੀਂ ਬਦਲਦਾ, ਕਾਲਾ ਜਾਂ ਨੀਲਾ ਜਾਂ ਇੰਡੀਆ ਵਾਲਾ ਹੁੰਦਾ, ਹੁਣ ਤੁਹਾਨੂੰ ਵੀ ਕਾਲਾ ਜਾਂ ਬ੍ਰਿਟਿਸ਼ ਮਿਲਦਾ, ਹੁਣ ਤਾਂ ਲਾਲ ਗੱਤਾ ਵੀ ਨਹੀਂ ਮਿਲਦਾ। ਯਾਰ ਬਹੁਤ ਔਖਾ ਕੀਤਾ ਪਿਆ, ਮਸੀਂ ਲਾਲ ਦੇ ਸੁਪਨੇ ਆਉਂਦੇ ਸੀ, ਹੁਣ ਉਹ ਵੀ ਨਹੀਂ ਮਿਲਦਾ। ਸਰ ਬਸ ਇੱਕ ਹੋਰ ਹੀ ਆਇਆ ਕਵਿਤਾ ਦਾ ਮੈਸੇਜ, ਹਾਈ ਹਰਜਾਬ, ਕੈਨ ਯੂ ਗਿਵ ਅ ਬਰਥਡੇ ਸ਼ਾਊਟ ਆਨ ਯੂਰ ਪ੍ਰੋਗਰਾਮ to Zoravar, please. It's his second birthday today from the Pawar Singh family. So, Hanji Zoravar ji, 2 ਸਾਲਾਂ ਦਾ, he probably doesn't understand what I'm saying, but Uncle Harjab says hi. ਤੇ ਜਿੰਨੇ ਵੀ ਤੁਸੀਂ ਬੱਚੇ ਆ watching the show, all of you, I say hi. And if you ever want me to say your name on TV, then you just have to message in or get your mum and dads to message in, and then I'll trying my best to try and say hi to you on the TV. So ਹਾਂਜੀ, ਇਹ ਹੈਗੀ ਜੀ ਇਸ ਵੀਕ ਦੀ ਜੋ ਸਥਿਤੀ ਹੈਗੀ ਆ। ਦੇਖੋ, ਸਕੀਮਾਂ ਜਦੋਂ ਆਉਂਦੀਆਂ ਨਾ ਇਮੀਗ੍ਰੇਸ਼ਨ ਦੀਆਂ, ਅਤੇ ਪਹਿਲੀ ਜਦੋਂ ਨਵੀਂ ਸਕੀਮ ਆਉਂਦੀ ਆ ਤਾਂ ਉਹਦੇ ਵਿੱਚ ਮੌਕਾ ਹੁੰਦਾ ਹੀ ਆ ਸਾਰਿਆਂ ਲਈ। ਇਹ ਸਾਲ ਕੁ ਬਾਅਦ ਚੇਤੰਨ ਹੁੰਦੇ ਆ ਅਤੇ ਉਹਦੇ ਵਿੱਚ ਫਿਰ ਦੇਖਦੇ ਆ ਕਿ ਆਪਾਂ ਨੂੰ ਥੋੜ੍ਹੇ ਜਿਹਾ ਜਦੋਂ ਲੋੜ ਇਹਨਾਂ ਦੀ ਪੂਰੀ ਹੋ ਗਈ ਫਿਰ ਇਹ ਚੇਂਜ ਕਰਦੇ ਆ। ਹਾਂ, ਰੂਲ ਹਮੇਸ਼ਾ ਚੇਂਜ ਹੋ ਸਕਦੇ ਆ UK ਦੇ ਵਿੱਚ, ਇਹ ਕੰਟਰੀ ਇੱਦਾਂ ਦੀ ਆ ਜੋ ਕਿ ਇਹ ਰਾਤੋਂ ਰਾਤ ਰੂਲ ਚੇਂਜ ਕਰ ਦਿੰਦੇ। ਇਹ ਤਾਂ ਕੱਲ੍ਹ ਨੂੰ ਨਾ ਬਹਿ ਕੇ ਚਾਹ ਪੀ ਕੇ ਜਾਂ ਗਲਾਸੀਆਂ ਲਾ ਕੇ ਦੋ ਜਣਿਆਂ ਨੇ ਕਿਹਾ ਨਹੀਂ ਯਾਰ ਛੱਡੋ, ਆ ਬੰਦ ਕਰੀਏ ਕੰਮ, ਰੂਲ ਚੇਂਜ ਕਰ ਦਈਏ, ਤਾਂ ਸੋਮਵਾਰ ਨੂੰ ਚੇਂਜ ਕਰ ਸਕਦੇ ਆ ਬਿਨਾਂ ਦੱਸੇ, ਬਿਨਾਂ ਇਹਨਾਂ ਨੇ ਗੱਲ ਕੀਤੀ, ਹੈ ਨਾ। ਸੋ ਆਹ ਇੱਦਾਂ ਦਾ ਮੁਲਕ ਹੈਗਾ। ਪਰ ਜਦ ਤੱਕ ਰੂਲ ਖੁੱਲ੍ਹੇ ਆ, ਜਦ ਤੱਕ ਤੁਹਾਨੂੰ ਫਾਇਦਾ ਉਠਾਉਣਾ ਚਾਹੀਦਾ ਇਸ ਚੀਜ਼ ਦਾ। ਖਾਸ ਤੌਰ 'ਤੇ ਜਿਹੜੇ ਸਟੂਡੈਂਟ ਆ ਅਤੇ ਉਹਨਾਂ ਨੂੰ ਇਸ ਵੇਲੇ ਜੋ Tier 2 ਸਕਿਲਡ ਵਰਕਰ ਦੇ ਵਿੱਚ ਪਤਾ ਕਰਨਾ ਚਾਹੀਦਾ ਕਿ ਉਹ ਐਲੀਜੀਬਲ ਹੈਗੇ ਵਿੱਚ ਜਾਣ ਲਈ, ਨਹੀਂ ਤਾਂ ਉਹਦੇ ਲਈ ਕੀ ਕਰਨਾ ਪੈਂਦਾ, ਕੀ ਨਹੀਂ, ਉਹ ਬਹੁਤ ਜ਼ਰੂਰੀ ਹੈ। ਤਾਂ ਐਮਪਲੋਇਰਸ ਜਿਹੜੇ ਆ, ਇਹ ਤਾਂ ਦੋਨਾਂ ਦੀ ਕੋਆਪਰੇਸ਼ਨ ਦੇ ਨਾਲ ਹੀ ਕੰਮ ਜੋ ਹੈਗਾ ਹੋਣਾ ਹੈ। ਪਰ ਜਿੱਦਾਂ ਮੈਂ ਅੱਗੇ ਦੱਸਿਆ, ਦੋਨਾਂ ਧਿਰਾਂ ਨੂੰ ਬਹੁਤ ਫਾਇਦਾ ਹੋ ਸਕਦਾ ਇਸ ਚੀਜ਼ ਦਾ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ ਕਿ ਜੀ ਇਹਨਾਂ ਨੂੰ ਫਾਇਦਾ ਹੈ ਜਾਂ ਨਹੀਂ ਹੈ। ਇਹ ਬਹੁਤ ਇੱਕ ਜ਼ਰੂਰੀ ਚੀਜ਼ ਆ। ਬਾਕੀ ਜੀ ਜੋ ਹੈਗਾ ਕਰੋਨਾ ਦਾ ਸਿਚੁਏਸ਼ਨ ਤੁਸੀਂ ਦੇਖ ਹੀ ਰਹੇ ਆ, ਟਰੈਵਲਿੰਗ ਦਾ ਸਿਚੁਏਸ਼ਨ ਤੁਸੀਂ ਦੇਖ ਹੀ ਰਹੇ ਆ। ਆਪਾਂ ਹੋਪਫੁਲੀ ਬਹੁਤ ਜਲਦੀ ਮਈ ਜੂਨ ਤੋਂ ਬਾਅਦ ਕੁਛ ਨੋਰਮੈਲਿਟੀ ਤੱਕ ਵਾਪਸ ਆ ਸਕਦੇ ਹਾਂ ਕਿ ਸ਼ੋਪਾਂ ਖੁੱਲ੍ਹ ਰਹੀਆਂ ਅਪ੍ਰੈਲ ਨੂੰ, ਅਤੇ ਜੋ ਹੈਗੇ ਆਪਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਊਗੀ ਕੰਮਾਂ 'ਤੇ। ਸੋ ਉਹ ਬਹੁਤ ਆਪਾਂ ਲੁੱਕ ਫੋਰਵਰਡ ਕਰਦੇ ਹਾਂ। ਬਸ ਮਹੀਨਾ ਕੀ ਰਹਿ ਗਿਆ ਥੋੜ੍ਹੀ ਜਿਹੀ ਤਕਲੀਫ ਦਾ, ਤਾਂ ਹੌਲੀ ਫਿਰ ਇਹ ਹੋਟਲ ਵਗੈਰਾ ਵੀ ਖੋਲ੍ਹੂਗੇ, ਅਤੇ ਇਹਨਾਂ ਨੇ ਵਿਆਹਾਂ ਦਾ ਸਿਲਸਿਲਾ ਵੀ ਜੂਨ ਜੁਲਾਈ ਤੋਂ ਬਾਅਦ ਕਿਹਾ ਆ ਕਿ ਆਪਾਂ ਸੋਚਾਂਗੇ ਉਹਦੇ ਬਾਰੇ, ਪਰ ਉਹ ਵੀ ਸਬਜੈਕਟ ਟੂ ਚੇਂਜ ਹੈ। ਇਹ ਸਾਰੀਆਂ ਚੀਜ਼ਾਂ ਤਾਂ ਹੋਣੀਆਂ ਜੀ ਜੇ ਰੇਟ ਘਟਦਾ ਜਾ ਰਿਹਾ ਕਰੋਨਾ ਦਾ, ਤਾਂ ਜੇ ਮੌਤਾਂ ਦਾ ਰੇਟ ਜੋ ਹੈਗਾ ਘਟਦਾ ਜਾ ਰਿਹਾ, ਤਾਂ ਜੇ ਇਹਨਾਂ ਦਾ ਵੈਕਸੀਨ ਦਾ ਰੇਟ ਅਪ ਜਾ ਰਿਹਾ। ਇਹਦੇ ਵਿੱਚ ਇਹਨਾਂ ਨੇ ਇਹ ਜੋ ਹੈਗਾ ਰੋਡ ਮੈਪ ਸੈਟ ਆਊਟ ਕੀਤਾ ਆ। ਆਪਾਂ ਤਾਂ ਇਹੀ ਚਾਹੁੰਦੇ ਹਾਂ ਜੀ ਕਿ ਜੋ ਜ਼ਿੰਦਗੀ ਜਿੱਦਾਂ ਸੀਗੀ ਪਹਿਲਾਂ ਉੱਦਾਂ ਹੀ ਹੋਵੇ ਮੁੜ ਕੇ, ਕਿ ਸਾਰੇ ਸੁਰੱਖਿਅਤ ਹੋਣ, ਕਿ ਕਿਸੇ ਨੂੰ ਵੀ ਹੁਣ ਮਰਨਾ ਨਾ ਪਵੇ ਇਸ ਬਿਮਾਰੀ ਤੋਂ,
ਜਿੰਨੇ ਲੋਕ ਇੰਗਲੈਂਡ 'ਚ UK 'ਚ ਮਰ ਚੁੱਕੇ 1,25,000 ਬਹੁਤ ਲੋਕ ਹੁੰਦਾ ਜੀ, ਬਹੁਤ ਲੋਕ ਹੁੰਦਾ। ਸ਼ਾਇਦ ਇੱਕ ਕਿਤੇ ਇਕੱਠ 'ਚ ਆਪਾਂ ਦੇਖੇ ਨਹੀਂ ਇੰਨੇ ਬੰਦੇ। ਵੈਂਬਲੀ ਸਟੇਡੀਅਮ ਵੀ ਭਰ ਜਾਓ ਨਾ, ਤਕਰੀਬਨ 1.5 ਵੈਂਬਲੀ ਸਟੇਡੀਅਮ ਭਰ ਦਿਓ ਤੁਸੀਂ ਤਾਂ 1 ਲੱਖ ਹੁੰਦਾ। ਤੁਸੀਂ ਫੁੱਟਬਾਲ ਮੈਚ ਦੇਖਿਆ ਜਦੋਂ ਕੱਪ ਫਾਈਨਲ ਵੈਂਬਲੀ ਹੁੰਦਾ, ਕਿੰਨੇ ਲੋਕ ਆਏ ਹੁੰਦੇ ਆ, ਅੰਤ ਨਹੀਂ ਹੁੰਦਾ। ਸੋ ਉੱਥੇ ਆਹ ਦੇਖ ਲਓ ਕਿ ਇੰਨੇ ਲੋਕ, ਇੰਨੇ ਪਰਿਵਾਰ, 1.5 ਲੱਖ ਪਰਿਵਾਰ ਅੱਜ ਕੋਈ ਨਾ ਕੋਈ ਪੂਰਾ ਹੋ ਗਿਆ। ਔਰ ਆਪਾਂ ਸ਼ਾਇਦ ਜੋ ਪਿਛਲੇ ਮਾਰਚ ਵਿੱਚ ਨਹੀਂ ਕਹਿ ਸਕਦੇ ਸੀ, ਪਰ ਇਸ ਮਾਰਚ ਵਿੱਚ ਤਾਂ ਜ਼ਰੂਰ ਕਹਿ ਸਕਦੇ ਹਾਂ। ਆਪਾਂ ਜਿੰਨੇ ਵੀ ਘਰ ਬੈਠੇ ਹਾਂ ਸਾਰਿਆਂ ਨੂੰ ਇੱਕ ਇੱਕ ਪਰਿਵਾਰ ਦਾ ਪਤਾ ਹੀ ਆ ਕਿ ਜਿੱਥੇ ਬੰਦਾ ਪੂਰਾ ਹੋਇਆ, ਕੋਈ ਨਿੱਜੀ ਤੌਰ 'ਤੇ ਪਤਾ ਹੈ ਨਾ, ਮੈਨੂੰ ਪਤਾ ਤੇ ਤੁਹਾਨੂੰ ਵੀ ਪਤਾ। ਸੋ ਆਪਾਂ ਇਹ ਤੋਂ ਹੱਲੇ ਵੀ ਬਚੀਏ ਔਰ ਆਪਾਂ ਬਹੁਤ ਵਧੀਆ ਕੀਤਾ। ਆਪਣੇ ਆਪ ਨੂੰ ਸ਼ਾਬਾਸ਼ੀ ਦਿਓ, ਆਪਾਂ ਪੂਰਾ ਸਾਲ ਬਹੁਤ ਵਧੀਆ ਲੰਘਾਇਆ। ਮੈਂ ਸਿਆਣਿਆਂ ਨੂੰ ਗੱਲ ਕਰਦਾ, ਆਪਾਂ ਬਹੁਤ ਵਧੀਆ ਲੰਘਾਇਆ, ਬਚ ਕੇ ਰਹੇ ਆਪਾਂ। ਤਾਂ ਆਪਾਂ ਹੁਣ ਜਿਹੜਾ ਕਹਿੰਦੇ ਹਾਥੀ ਲੰਘ ਗਿਆ ਪੂਛ ਰਹਿ ਗਈ, ਹੁਣ ਪੂਛ ਰਹਿ ਗਈ। ਹੁਣ ਆਪਾਂ ਪੂਛ ਦੇ ਵਿੱਚ ਨਹੀਂ ਹੁਣ ਫਸਣਾ, ਆਪਾਂ ਇਹ ਵੀ ਲੰਘਾਉਣੀ ਆ, ਜਿੱਦਾਂ ਹਾਥੀ ਲੰਘਾਇਆ। ਤਾਂ ਆਪਾਂ ਹੁਣ ਵੀ ਕਹਿਣਾ come out this safe and well। ਸੋ ਮੈਂ ਤੁਹਾਨੂੰ ਇਹੀ ਕਹਿ ਸਕਦਾ ਹਾਂ ਕਿ you've done really well। ਆਪਣੇ ਆਪ ਨੂੰ ਤੁਸੀਂ ਸ਼ਾਬਾਸ਼ੀ ਦਿਓ। ਮੈਨੂੰ ਪਤਾ ਸੌਖਾ ਨਹੀਂ, ਕਿਸੇ ਲਈ ਵੀ ਸੌਖਾ ਨਹੀਂ ਰਿਹਾ ਜੀ, ਮੇਰੇ ਲਈ ਵੀ ਨਹੀਂ ਰਿਹਾ, ਤੁਹਾਡੇ ਲਈ ਵੀ ਨਹੀਂ ਰਿਹਾ, ਮੇਰੇ ਮਾਪੇ ਲਈ ਵੀ ਨਹੀਂ ਰਿਹਾ। ਪਰ ਆਪਾਂ ਹੁਣ ਕਹਿਣੇ ਦੇ ਅਨੁਸਾਰ ਰਹੇ ਹਾਂ ਤਾਂ ਆਪਾਂ ਜੀਵਤ ਹਾਂ। ਸਿੰਪਲ ਜੀ ਗੱਲ ਆ। ਬਹੁਤ ਲੋਕਾਂ ਨੂੰ ਉਹ ਲਿਬਰਟੀ ਹੈ ਨਹੀਂ। ਹਸਪਤਾਲਾਂ 'ਚ ਹੀ ਪੂਰੇ ਹੋ ਗਏ, ਦਾਗ ਵੀ ਇਕੱਲਿਆਂ ਦੇ ਵਿਚਾਰਿਆਂ ਦੇ ਹੋਏ। ਸੋ ਉਹਨਾਂ ਨੂੰ ਆਪਾਂ ਇੱਕ ਦਿਨ ਯਾਦ ਕਰਾਂਗੇ, ਉਹ ਪਰਿਵਾਰਾਂ ਨੂੰ। ਜਦੋਂ ਇਹ ਫਿਨਿਸ਼ ਹੋਊਗਾ ਤਾਂ ਸਾਨੂੰ ਐਗਜ਼ੈਕਟਲੀ ਪਤਾ ਲੱਗਣਾ। ਹਾਲੇ ਪਤਾ ਨਹੀਂ ਲੱਗ ਰਿਹਾ ਐਗਜ਼ੈਕਟਲੀ ਕਿ ਕਿਹੜੇ ਕਿਹੜੇ ਪਰਿਵਾਰਾਂ 'ਚੋਂ ਬੰਦੇ ਗਏ ਆ, ਕਿ ਨਾ ਅਫਸੋਸ ਹੁੰਦੇ ਆ ਜੀ, ਨਾ ਇਕੱਠ ਹੁੰਦੇ ਆ। ਸੋ ਮੈਂ ਇਹੀ ਜੋ ਹੈਗਾ ਤੁਹਾਨੂੰ ਕਹਿ ਰਿਹਾ ਜੀ ਕਿ ਆਪਾਂ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਹੈ। and we've got to be really really good on it। ਆਪਾਂ we've done really well। ਆਪਾਂ ਜਿੱਦਾਂ ਪਰਿਵਾਰ ਰਲ ਮਿਲ ਕੇ ਰਹਿ ਰਹੇ ਹਾਂ, ਇੱਕ ਦੂਜੇ ਦਾ ਕਹਿਣਾ ਮੰਨ ਕੇ ਇੱਦਾਂ ਹੀ ਮੰਨਣਾ। ਤਾਂ ਜੇ ਤੁਸੀਂ ਆਪਣੇ ਨਿਆਣਿਆਂ ਦਾ ਨਹੀਂ ਕਹਿਣਾ ਮੰਨ ਸਕਦੇ ਹੈ ਨਾ, ਤਾਂ ਮੇਰਾ ਤਾਂ ਮੰਨ ਲਓ ਹੈ ਨਾ। ਮੈਂ ਵੀ ਨਿਆਣਿਆਂ ਆਂਗਰ ਹਾਂ, ਪਰ ਮੈਂ ਭਰਾ ਆਂਗਰ ਵੀ ਹਾਂ, ਮੈਂ ਤੁਹਾਡਾ ਸਹੇਲੀ ਆਂਗਰ ਵੀ ਹਾਂ, ਮੈਂ ਤੁਹਾਡੇ ਦੋਸਤ ਆਂਗਰ ਵੀ ਹਾਂ। ਆਪਾਂ ਸਾਰੇ ਚੀਜ਼ਾਂ 'ਚ ਫਿੱਟ ਹੋ ਜਾਈਦਾ ਹੈ ਨਾ। ਪੁੱਤਾਂ ਵਰਗਾ ਵੀ ਆ, ਤੁਹਾਡੇ ਗਾਹਾਂ ਪੋਤੇ ਪੋਤੀਆਂ ਦਾ, ਦੋਤੇ ਦੋਤੀਆਂ ਦਾ ਅੰਕਲ ਵੀ ਹਾਂ ਮੈਂ, ਤਾਂ ਤੁਹਾਡੇ ਨਿਆਣਿਆਂ ਦਾ ਭੈਣ ਭਰਾ ਵੀ ਹਾਂ ਮੈਂ। ਸੋ ਆਪਾਂ ਇੱਦਾਂ ਹੁਣ ਇਕੱਠੇ ਰਹਿਣਾ ਤਾਂ ਆਪਾਂ ਵਿਲ ਬੀ ਆਊਟ ਆਫ ਦਿਸ ਸੂਨ। ਹੌਸਲੇ ਆਪਣੇ ਬੁਲੰਦ ਰੱਖਣੇ ਆ। ਹੁਣ ਐਂਡ ਤੱਕ ਆ ਗਿਆ ਕੰਮ, ਆਪਾਂ ਹੁਣ ਇੱਦਾਂ ਹੀ ਨਿਕਲ ਜਾਣਾ ਇਹਦੇ 'ਚੋਂ ਅਤੇ ਆਪਾਂ ਨੋਰਮਲ ਲਾਈਫ ਆਪਣੀ ਮਿਲੂਗੀ, ਆਪਣੀ ਆਜ਼ਾਦੀ ਮੁੜ ਕੇ ਮਿਲ ਜਾਏਗੀ ਜੋ ਸਾਨੂੰ ਇਸ ਵੇਲੇ ਬਿਮਾਰੀ ਨੇ ਸਾਡੀ ਬੰਦ ਕੀਤੀ ਪਈ ਆ। That was enough from me this week। ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫਤੇ। ਅਤੇ ਮੈਂ ਤਾਂ ਜੀ ਹੁਣ ਵੀਕਐਂਡ 'ਤੇ ਸੌਣਾ ਆ ਰੱਜ ਕੇ। ਮੇਰੀ ਤਾਂ ਨੀਂਦ ਹੀ ਨਹੀਂ ਪੂਰੀ ਹੋ ਰਹੀ ਇਸ ਹਫਤੇ। ਕਦੇ ਇੱਧਰ ਨੱਠੋ, ਕਦੇ ਆਹ ਨੱਠ ਭੱਜ ਕਰੋ, ਕਦੇ ਇਹ ਚੈਨਲ 'ਤੇ, ਕਦੇ ਉਹ ਚੈਨਲ 'ਤੇ। ਹਰਜਾਪ ਨੂੰ ਤਾਂ ਤੁਹਾਡੇ ਨੂੰ ਤਾਂ ਲੱਤਾਂ ਬਾਹਾਂ ਤੋਂ ਖਿੱਚ ਕੇ ਚੀਰੇ ਹੀ ਦੇਣਾ ਇਹ ਵਿੱਚ ਆ ਮੀਡੀਆ ਵਾਲਿਆਂ ਨੇ, ਸਾਰਿਆਂ ਨੇ। ਕਦੇ ਤੂੰ ਆ, ਕਦੇ ਤੂੰ ਆ, ਕਦੇ ਤੂੰ ਆ, ਕਦੇ ਤੂੰ ਆ। ਹਾਂ, ਤਾਂ ਸਾਡੇ ਤਾਂ ਘਰ ਵਾਲੇ ਜੀ ਕਹਿੰਦੇ ਤੂੰ ਸਾਰਿਆਂ ਕੋਲ ਜਾਂਦਾ ਸਿਵਾਏ ਸਾਡੇ ਕੋਲ। ਅਤੇ ਮੈਂ ਕਿਹਾ ਚਲੋ ਹੁਣ ਤੁਹਾਡੇ ਕੋਲ ਬਹਿ ਲਈਏ ਵੀਕਐਂਡ। ਚਲੋ ਤੁਸੀਂ ਵੀ ਕਰੋ ਇੰਜੋਏ। ਆਪਾਂ ਨੈਕਸਟ ਵੀਕ ਮਿਲਾਂਗੇ। ਅਤੇ ਸੰਡੇ ਲਈ ਮਦਰ ਡੇ ਹੈਗਾ ਆ। ਪਲੀਜ਼ ਆਪਣੀ ਮਾਵਾਂ ਨੂੰ ਜ਼ਰੂਰ ਫੋਨ ਕਰ ਲਿਓ। ਜਿਹੜੇ ਮਿਲ ਨਹੀਂ ਸਕਦੇ ਫੋਨ ਜ਼ਰੂਰ ਕਰੋ। ਉਹਨਾਂ ਹੁਣ ਤਾਂ ਵਟਸਐਪ ਚੱਲਦਾ, ਸਕਾਈਪ ਚੱਲਦਾ, ਜ਼ੂਮ ਚੱਲਦਾ, ਉਹਨਾਂ ਨਾਲ ਗੱਲ ਕਰ ਲਓ। ਜਿਨ੍ਹਾਂ ਦੀ ਮਾਵਾਂ ਨਹੀਂ ਇੱਥੇ ਹੈਗੀਆਂ, ਜਿਨ੍ਹਾਂ ਦੀ ਮਾਵਾਂ ਗੁਜ਼ਰ ਚੁੱਕੀਆਂ, ਤੁਹਾਡੀਆਂ ਆਪਣੀ ਮਾਵਾਂ ਨੂੰ ਯਾਦ ਕਰ ਲਓ। ਉਹ ਤੁਹਾਡੇ ਨਾਲ ਹਮੇਸ਼ਾ ਰਹਿਣੀਆਂ, ਇੱਥੇ ਬੈਠੀਆਂ ਐਨ ਅੰਤ ਤੱਕ ਤੁਹਾਡੇ ਨਾਲ ਰਹਿਣਾ। ਮਾਂ ਦੀ ਰੂਹ ਹਮੇਸ਼ਾ ਬੱਚੇ 'ਚ ਹੀ ਤੜਪਦੀ ਹੈ, ਭਾਵੇਂ ਮਾਂ ਨਹੀਂ ਵੀ ਹੋਵੇ। ਸੋ ਆਪਣਾ ਐਂਡ little kids out there, you got to treat your mummy right on Sunday। You got to make sure that she can sleep in late, and you make her breakfast, and you help her out with all the housework, and you don't let her do any work, and you buy her presents and get her a card, and make sure your daddy remembers. And if he doesn't, then you need to get your daddy to one side when mummy's not looking and say, Daddy, it's Mother's Day on Sunday. So, and I know there's a few of you out there going, oh, I totally forgot about that. Now is not the time to say that out loud.
especially when the missus is sitting next to you. So हाँ जी, मदर्स डे आ जी ਐਸ ਸੰਡੇ। ਸੋ ਸਾਰੇ ਮਾਵਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿਕਾਰ ਤੇ ਬਹੁਤ ਬਹੁਤ ਪਿਆਰ, ਤੇ ਸਾਰਿਆਂ ਨੂੰ ਬਸ ਇੱਦਾਂ ਹੀ ਮਾਵਾਂ ਮਿਲਣ ਘਰਾਂ ਦੇ ਵਿੱਚ, ਤਾਂ ਆਪਾਂ ਆਪਣੇ ਫੈਮਲੀਆਂ ਨੂੰ, ਮਾਵਾਂ ਨੂੰ ਤੇ ਪਿਤਾਵਾਂ ਨੂੰ ਪ੍ਰੋਟੈਕਟ ਕਰੀਏ ਤੇ ਉਹਨਾਂ ਦੀ ਲੁੱਕ ਆਫਟਰ ਕਰੀਏ। ਪਲੀਜ਼ ਲੁੱਕ ਆਫਟਰ ਯੂਰ ਐਲਡਰਸ, ਹੈ ਨਾ, ਕਿਉਂਕਿ ਇੱਕ ਦਿਨ ਸਾਡੇ ਕੋਲ ਰਹਿਣੇ ਨਹੀਂ ਤੇ ਆਪਾਂ ਵੀ ਇੱਕ ਦਿਨ ਇਸ ਸਥਿਤੀ ਵਿੱਚ ਆਉਣਾ। ਸੋ ਆਪਾਂ ਰਿਸਪੈਕਟ ਕਰੀਏ ਜੀ। ਚਲੋ ਇੰਨਾ ਹੀ ਬਹੁਤ ਸੀ, ਮੈਂ ਹੁਣ ਸ਼ੋਅ ਲੰਬੀ ਲੈ ਗਿਆ, ਸਤਸੰਗ ਕਰਨ ਲੱਗ ਪਿਆ ਮਾਵਾਂ ਬਾਰੇ। ਤੇ ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫਤੇ। ਮੈਂ ਹੁਣ ਆਪਣੀ ਮੰਮੀ ਨੂੰ ਜਾ ਕੇ ਮਿਲਿਆ ਵਾਂ, ਹੈ ਨਾ, ਤੇ ਮੇਰੇ ਨਿਆਣਿਆਂ ਦੀ ਮੰਮੀ ਨੂੰ ਜਾ ਕੇ ਮਿਲਿਆ ਵਾਂ। ਮਿਲਦੇ ਆ ਜੀ ਅਗਲੇ ਹਫਤੇ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।